ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਜਿਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦਾ ਵਿਸਤਾਰ ਦੇ ਨਾਲ ਕਪੜ ਛਾਣ ਕਰਦੇ ਹਾਂ। ਅੱਜ ਵੀ ਵੱਖ-ਵੱਖ ਮਸਲਿਆਂ ਦਾ ਕਪੜ ਛਾਣ ਹੈ। ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆ ਗਿਆ ਹੈ। ਇਸ ਬਿਆਨ ਦੇ ਪਿੱਛੇ ਸਿਆਸੀ ਮਾਇਨੇ ਕੀ ਨਿਕਲਦੇ ਨੇ ਉਸ ਦੀ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ FCI ਦੇ ਨਵੇਂ ਕਾਨੂੰਨਾਂ ਤੋਂ ਬਾਅਦ, ਨਵੇਂ ਨਿਯਮਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਆਮੋ ਸਾਹਮਣੇ ਨੇ। ਇਸ ਨੂੰ ਲੈ ਕੇ ਆੜਤੀਆਂ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਅਲਟੀਮੇਟਮ ਦੇ ਰੂਪ ਦੇ ਵਿੱਚ ਗੱਲ ਆਖੀ ਗਈ ਹੈ। ਕੀ ਕਿਹਾ ਆੜਤੀਆਂ ਨੇ ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਉਧਰ ਰਵਨੀਤ ਬਿੱਟੂ ਪਾਰਲੀਮੈਂਟ ਦੇ ਵਿੱਚ ਵੀ ਕਾਫੀ ਤੱਤੇ ਨਜ਼ਰ ਆਏ ਨੇ। ਪਾਰਲੀਮੈਂਟ ਦੇ ਵਿੱਚ ਵੱਖੋ ਵੱਖਰੇ ਬਿਆਨ ਰਹੇ ਨੇ। ਅਰਵਿੰਦ ਕੇਜਰੀਵਾਲ ਦੇ ਵੀ ਹੱਕ ਦੇ ਵਿੱਚ ਭੁਗਤੇ ਨੇ ਰਵਨੀਤ ਬਿੱਟੂ। ਇਸ ਦੇ ਉੱਤੇ ਵੀ ਗੱਲਬਾਤ ਪ੍ਰੋਗਰਾਮ ਦੇ ਦਰਮਿਆਨ ਕਰਾਂਗੇ। ਉਧਰ ਵਿਕਰਮ ਮਜੀਠੀਆ ਨੇ ਵੀ ਕਾਂਗਰਸ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਪ੍ਰਾਈਵੇਟ ਲਿਮਟਿਡ ਕੰਪਨੀ ਤੱਕ ਕਹਿ ਦਿੱਤਾ ਹੈ। ਇਸ ਦੇ ਪਿੱਛੇ ਕੀ ਆਖਿਰਕਾਰ ਚਰਚਾ ਹੈ, ਉਸ ਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਚਰਚਾਵਾਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਇੱਕ ਪਾਸੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ, ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ। ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜੋ ਬਿਆਨ ਕੈਪਟਨ ਅਮਰਿੰਦਰ ਸਿੰਘ ਦਾ ਆਇਆ ਹੈ, ਕੀ ਲੱਗਦਾ ਹੈ ਕੀ ਮਾਇਨੇ ਨੇ ਇਸ ਦੇ ਸਿਆਸੀ ਤੌਰ ਦੇ ਉੱਤੇ? ਦੇਖੋ, ਪਹਿਲਾਂ ਤਾਂ ਪ੍ਰਸ਼ਾਂਤ ਕਿਸ਼ੋਰ ਬੜੇ ਸਰਗਰਮ ਹੋਏ ਨੇ। ਦੇਖੋ, ਜਿੰਨੀ ਤੇਜ਼ੀ ਦੇ ਨਾਲ ਉਹਨਾਂ ਨੇ ਜੁਆਇਨ ਕੀਤੀ ਹੈ ਕਾਂਗਰਸ, ਮੁੱਖ ਸਲਾਹਕਾਰ ਕੈਪਟਨ ਅਮਰਿੰਦਰ ਸਿੰਘ ਦੇ ਬਣੇ ਨੇ, ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ। ਔਰ ਮੈਂ ਬੜਾ ਹੈਰਾਨ ਹਾਂ ਕਿ ਦੇਖੋ, ਨਵੇਂ ਚੁਣੇ ਹੋਏ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਲ ਮੀਟਿੰਗ ਵੀ ਕਰ ਲਈ ਪ੍ਰਸ਼ਾਂਤ ਕਿਸ਼ੋਰ ਨੇ, ਜਦ ਕਿ ਇਹ ਸਾਰੀਆਂ ਜ਼ਿੰਮੇਵਾਰੀਆਂ ਸੂਬੇ ਦੇ ਪ੍ਰਧਾਨ ਨੂੰ ਨਿਭਾਉਣੀਆਂ ਚਾਹੀਦੀਆਂ ਸੀ। ਅੱਜ ਦਾ ਜਿਹੜਾ ਸਮਾਂ ਹੈ ਉਹਦੇ 'ਚ ਸੂਬੇ ਦਾ ਪ੍ਰਧਾਨ ਸਾਨੂੰ ਕਿਸੇ ਵੀ ਪਾਰਟੀ ਦਾ ਬਹੁਤ ਐਕਟਿਵ ਚਾਹੀਦਾ। ਦੇਖੋ, ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਨੇ, ਟਿਕਟ ਪਾਰਟੀਆਂ ਦਿੰਦੀਆਂ ਨੇ, ਪੋਲੀਟੀਕਲ ਪਾਰਟੀਆਂ ਆਪਣੇ ਉਮੀਦਵਾਰ ਮੈਦਾਨ 'ਚ ਉਤਾਰਦੀਆਂ ਨੇ, ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਹੁੰਦੀਆਂ ਨੇ। ਔਰ ਪੋਲੀਟੀਕਲ ਪਾਰਟੀ ਕਾਂਗਰਸ ਹੈ, ਕਾਂਗਰਸ ਦੀ ਪੰਜਾਬ 'ਚ ਇਕਾਈ ਹੈ। ਸੋ ਕਾਂਗਰਸ ਦੀ ਇਕਾਈ ਦਾ ਦਖਲ ਹੀ ਨਹੀਂ ਦਿਖ ਰਿਹਾ ਸਰਕਾਰ 'ਚ, ਨਾ ਹਾਈ ਕਮਾਂਡ ਦਾ ਦਖਲ ਦਿਖ ਰਿਹਾ। ਤੁਸੀਂ ਦੱਸੋ, ਰਾਹੁਲ ਗਾਂਧੀ ਨੇ ਕੋਈ ਮੀਟਿੰਗ ਕੀਤੀ ਆ ਕੇ ਪੰਜਾਬ ਦੇ ਵਿਧਾਇਕਾਂ ਨਾਲ? ਬਿਲਕੁਲ ਨਹੀਂ। ਜਾਂ ਰਾਹੁਲ ਗਾਂਧੀ ਉਹਨਾਂ ਨੇ ਕੈਪਟਨ ਅਮਰਿੰਦਰ ਨਾਲ ਮੀਟਿੰਗ ਕੀਤੀ ਹੋਵੇ ਵੀ ਪੰਜਾਬ ਦੀ ਸਰਕਾਰ ਕਿਵੇਂ ਚੱਲ ਰਹੀ ਹੈ, ਕੀ ਸਾਡੇ ਵਾਅਦੇ ਪੂਰੇ ਹੋ ਰਹੇ ਨੇ? ਕਿਤੇ ਸੋਨੀਆ ਗਾਂਧੀ ਆਈ ਹੋਵੇ ਚੰਡੀਗੜ੍ਹ, ਜਾਂ ਵੀਡੀਓ ਕਾਨਫਰੰਸਿੰਗ ਤੇ ਪਿਛਲੇ ਦਿਨਾਂ 'ਚ ਸੋਨੀਆ ਗਾਂਧੀ ਨੇ ਮੀਟਿੰਗ ਕੀਤੀ ਹੋਵੇ? ਬਿਲਕੁਲ ਨਹੀਂ। ਸੋ ਇਸ ਕਰਕੇ ਮੈਂ ਇਹ ਦੇਖ ਰਿਹਾ ਕਿ ਕਾਂਗਰਸ ਦੀ ਜਿਹੜੀ ਇਕਾਈ ਹੈ ਕਾਂਗਰਸ ਦੀ, ਮੈਨੂੰ ਇਹ ਲੱਗਦਾ ਕਿ ਕਾਂਗਰਸ ਇਸ ਵਕਤ ਬੇਹੱਦ ਨਾਜ਼ੁਕ ਦੌਰ 'ਚ ਹੈ। ਕਾਂਗਰਸ ਮੈਂ ਕਦੀ ਵੀ ਇੰਨੀ ਕਮਜ਼ੋਰ ਨਹੀਂ ਦੇਖੀ। ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਤਕੜੇ ਲੀਡਰ ਨੇ। ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਕੱਦ ਬਹੁਤ ਵੱਡਾ ਹੈ। 2 ਵਾਰ ਉਹਨਾਂ ਨੇ ਵੀ ਅਸਤੀਫਾ ਦਿੱਤਾ ਹੈ, ਲੋਕ ਮੁੱਦਿਆਂ ਤੇ ਦਿੱਤਾ ਹੈ। ਬਲੂ ਸਟਾਰ ਆਪਰੇਸ਼ਨ ਵੇਲੇ ਵੀ ਉਹਨਾਂ ਨੇ ਅਸਤੀਫਾ ਦਿੱਤਾ ਸੀ। ਪੰਜਾਬ ਦੇ ਲਈ ਪਾਰਲੀਮੈਂਟ 'ਚ ਵੀ ਨਹੀਂ ਉਹ ਵੀ ਗਏ। ਸਿੱਧੂ ਨੇ ਜਿਵੇਂ ਰਾਜ ਸਭਾ ਦੀ ਮੈਂਬਰੀ ਛੱਡਤੀ ਸੀ, ਤੇ ਕੈਪਟਨ ਅਮਰਿੰਦਰ ਪਾਰਲੀਮੈਂਟ 'ਚ ਜਾਂਦੇ ਨਹੀਂ ਸੀ। ਉਪ ਲੀਡਰ ਸੀਗੇ ਪਾਰਲੀਮੈਂਟ 'ਚ ਕਾਂਗਰਸ ਦੇ। ਉਹ ਕਹਿੰਦੇ ਮੈਂ ਤਾਂ ਸੂਬੇ ਦੀ ਸਿਆਸਤ ਕਰਨੀ ਆ। ਉਹ ਗੱਲਾਂ ਠੀਕ ਹੈ ਕਿ ਪੰਜਾਬ ਲਈ ਕੈਪਟਨ ਅਮਰਿੰਦਰ ਕਿਸੇ ਸਮੇਂ ਬਹੁਤ ਵੱਡਾ ਬ੍ਰਾਂਡ ਸੀ ਜੀ, ਔਰ ਇੰਨਾ ਭਰੋਸਾ ਸੀ ਲੋਕਾਂ ਨੂੰ ਕਿ ਕੈਪਟਨ ਅਮਰਿੰਦਰ ਜੋ ਕਹਿਣਗੇ ਉਹ ਕਰਨਗੇ। ਹੁਣ ਕਾਂਗਰਸ ਦੀ ਇਕਾਈ ਤਕੜੀ ਨਹੀਂ ਦਿਖ ਰਹੀ। ਕੈਪਟਨ ਅਮਰਿੰਦਰ ਸਿੰਘ, ਮੈਂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਈ ਕਮਾਂਡ ਹੀ ਮੰਨਦਾ ਜੀ। ਸੋ ਇਸ ਕਰਕੇ ਪੰਜਾਬ 'ਚ ਕਾਂਗਰਸ ਦੀ ਪ੍ਰਧਾਨਗੀ ਹੈ ਜਿਹੜੀ, ਮੈਨੂੰ ਲੱਗਦੀ ਉਹ ਸਿਰਫ ਨਾਮ ਦੀ ਰਹਿ ਗਈ। ਬਹੁਤ ਹੀ ਜ਼ਿਆਦਾ ਸਰਗਰਮੀ ਸੰਗਠਨ ਦੀ ਤਾਂ ਮੈਨੂੰ ਦਿਖੀ ਹੋਈ ਨਹੀਂ। ਹੁਣ ਪ੍ਰਸ਼ਾਂਤ ਕਿਸ਼ੋਰ ਦੇਖੋ MLA ਨਾਲ ਮੀਟਿੰਗਾਂ ਕਰ ਰਹੇ ਨੇ, ਉਹ ਮੁੱਖ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ, ਉਸ ਨਾਤੇ ਮੀਟਿੰਗਾਂ ਤਾਂ ਕਰ ਸਕਦੇ ਨੇ, ਪਰ ਇਹ ਰਿਵਾਜ ਬੜਾ ਨਵਾਂ ਹੈ। ਇਹ ਰਿਵਾਜ ਬੜਾ ਨਵਾਂ ਹੈ। ਹੁਣ ਕਾਂਗਰਸ ਦੇ ਵਿਧਾਇਕਾਂ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ। ਕੱਲ ਚੰਡੀਗੜ੍ਹ 'ਚ, ਮੈਂ ਵੀ ਚੰਡੀਗੜ੍ਹ ਹੀ ਸੀ, ਮੀਟਿੰਗ ਜਦੋਂ ਹੋ ਰਹੀ ਸੀ ਮੈਂ ਬਾਹਰ ਸੀ। 37 ਲੋਕ ਸੀ ਉੱਥੇ, 37 ਵਿਧਾਇਕਾਂ ਨਾਲ ਅਲੱਗ-ਅਲੱਗ ਗਰੁੱਪਾਂ 'ਚ ਮੀਟਿੰਗਾਂ ਕੀਤੀਆਂ ਨੇ ਗਗਨ। ਹੁਣ ਹੋਰ ਵੀ ਪ੍ਰੈਸ ਵਾਲੇ ਸੀ, ਮੈਂ ਇਕੱਲਾ ਨਹੀਂ ਸੀ। ਹੁਣ ਜਦੋਂ ਮੀਟਿੰਗਾਂ ਹੋਈਆਂ, ਮੀਟਿੰਗਾਂ ਦੇ ਵਿੱਚ ਬਹੁਤ ਆਬਜ਼ਰਵੇਸ਼ਨ ਹੈ ਜਿਹੜੀ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਓਬਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਂਤ ਕਿਸ਼ੋਰ ਨੇ ਸਾਰੇ ਵਿਧਾਇਕਾਂ ਨੂੰ, ਕਿ ਵਿਧਾਇਕ ਕੀ ਸੋਚਦੇ ਨੇ, ਵਿਧਾਇਕਾਂ ਦਾ ਓਪੀਨੀਅਨ ਕੀ ਹੈ, ਕੀ ਸਰਕਾਰ ਦੇ ਕੰਮਕਾਜ ਤੋਂ ਵਿਧਾਇਕ ਖੁਸ਼ ਨੇ, ਕੀ ਵਿਧਾਇਕ ਇਸ ਗੱਲ ਤੋਂ ਖੁਸ਼ ਨੇ ਕਿ ਉਹਨਾਂ ਦੇ ਹਲਕੇ ਦਾ ਵਿਕਾਸ ਹੋ ਰਿਹਾ ਹੈ, ਕੀ ਵਿਧਾਇਕ ਇਸ ਗੱਲ ਤੋਂ ਖੁਸ਼ ਨੇ ਕਿ ਸਰਕਾਰ ਕਿਵੇਂ ਕੰਮ ਕਰ ਰਹੀ ਹੈ। ਕਿਉਂਕਿ ਵਿਧਾਇਕਾਂ ਨੂੰ ਜ਼ਮੀਨ ਤੋਂ ਪਤਾ ਲੱਗ ਜਾਂਦਾ, ਕਿਉਂਕਿ ਰੋਜ਼ ਲੋਕ ਆਉਂਦੇ ਨੇ ਜਦੋਂ ਹਲਕੇ ਦੇ, ਤੇ ਲੋਕ ਅੱਜ ਕੱਲ੍ਹ ਸਾਡੇ ਪੰਜਾਬੀ ਬੜੇ ਦਲੇਰ ਹੁੰਦੇ ਨੇ, ਕਿਹੜਾ ਕਿਸੇ ਤੋਂ ਲੈ ਕੇ ਖਾਂਦੇ ਆ। ਬਿਲਕੁਲ, ਪੰਜਾਬੀ ਵਿਧਾਇਕ ਨੂੰ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਸਰਦਾਰ ਸਾਹਿਬ, ਆ ਫਿਰ ਵੋਟਾਂ ਆ ਗਈਆਂ 6 ਮਹੀਨੇ 7 ਮਹੀਨੇ 8 ਮਹੀਨੇ ਬਾਅਦ ਆਪਾਂ ਦੇਖ ਲਾਂਗੇ ਜੀ। ਸੋ ਲੋਕ ਵਿਧਾਇਕਾਂ ਨੂੰ ਪਤਾ ਹੁੰਦਾ ਹੈ ਕਿ ਜ਼ਮੀਨੀ ਤੌਰ ਤੇ ਹਲਕੇ 'ਚ ਪੋਜੀਸ਼ਨ ਕੀ ਹੈ। ਉਹ ਠੀਕ ਹੈ, ਕਿਸਾਨ ਅੰਦੋਲਨ ਪੂਰਾ BJP ਦੇ ਵਿਰੋਧ 'ਚ ਚੱਲ ਰਿਹਾ ਹੈ, ਉਹਦੇ ਕਰਕੇ ਕਾਂਗਰਸ ਵਾਲੇ ਜ਼ਿਆਦਾ ਖੁਸ਼ ਨੇ ਵੀ BJP ਤਾਂ ਬਹੁਤ ਕਮਜ਼ੋਰ ਹੋ ਗਈ। ਪਰ ਮੈਂ ਫਿਰ ਉਹ ਕਹਿੰਦਾ, ਸਿਆਸਤ ਦਿਨਾਂ 'ਚ ਬਦਲਦੀ ਹੈ ਸਾਡੇ ਮੁਲਕ 'ਚ।
ਜੀ। ਅਗਰ ਮੋਦੀ ਸਾਹਿਬ ਨੇ ਆ ਕੇ ਜੱਫੀ ਪਾਲੀ ਕਿਸਾਨ ਅੰਦੋਲਨ ਵਾਲਿਆਂ ਨੂੰ ਵੀ ਚਲੋ ਆਓ ਤੁਹਾਡਾ ਮਸਲਾ ਨਿਬੇੜੀਏ, ਤੇ ਇੱਕ ਦਿਨ ਹੀ ਲੱਗਣਾ ਹੈ ਜੀ। ਜਿਵੇਂ ਸਿੱਧੂ ਇੱਕ ਓਵਰ 'ਚ 2-3 ਛੱਕੇ ਛੱਡ ਦਿੰਦਾ ਸੀ ਤੇ ਸਾਰਾ ਮੈਚ ਬਦਲ ਜਾਂਦਾ ਸੀ। ਸਿੱਧੂ ਨੇ ਕਿੰਨੇ ਮੈਚ ਜਿਤਾਏ, ਸ਼ੁਰੂਆਤ 'ਚ ਹੀ ਆ ਕੇ ਤੇਜ਼ ਖੇਡ ਦਿੰਦਾ ਸੀ ਤੇ ਐਂ ਲੱਗਦਾ ਸੀ ਜਿਵੇਂ ਜਿਹੜੀ ਵੈਸਟ ਇੰਡੀਜ਼ ਦੇ ਖਿਡਾਰੀ ਨੇ ਸਾਡੇ ਤੇ ਬੜੇ ਹਾਵੀ ਨੇ, ਇੱਕ ਪਾਸੇ ਸਿੱਧੂ ਹੁੰਦਾ ਸੀ, ਕ੍ਰਿਸ਼ਨਾਚਾਰੀਆ, ਸ਼੍ਰੀਕਾਂਤ, ਉਹਨਾਂ ਦਾ ਮੈਨੂੰ ਪੂਰਾ ਨਾਮ ਭੁੱਲ ਗਿਆ, ਰਵੀ ਸ਼ਾਸਤਰੀ ਵੀ ਹੁੰਦੇ ਸੀ। ਉਦੋਂ ਐਂ ਲੱਗਦਾ ਸੀ ਵੀ ਇੰਨੇ ਸਕੋਰ ਬਣਾ ਲਏ ਵੈਸਟ ਇੰਡੀਜ਼ ਨੇ, ਮਾਰਸ਼ਲ ਤਾਂ ਬੜਾ ਤਕੜਾ ਗੇਂਦਬਾਜ਼ ਹੈ, ਪਰ 2-3 ਛੱਕੇ 1-2 ਚੌਕੇ ਸਿੱਧੂ ਦੇ ਓਵਰ 'ਚੋਂ ਨਿਕਲਦੇ ਸੀ, ਗੱਲ ਬਰਾਬਰ ਆ ਜਾਂਦੀ ਸੀ। ਉਹੀ ਹਾਲ ਹੁਣ ਧੋਨੀ ਵੀ ਕਰਦਾ ਸੀ ਅਖੀਰ 'ਚ ਆ ਕੇ, 2 ਓਵਰਾਂ 'ਚ ਧੋਨੀ ਮੈਚ ਜਿਤਾ ਕੇ ਲੈ ਜਾਂਦਾ ਸੀ, 2 ਵਰਲਡ ਕੱਪ ਜਿਤਾ ਗਿਆ ਧੋਨੀ ਸਾਡਾ। ਸੋ ਇਸ ਕਰਕੇ ਸਿਆਸਤ ਹੈ ਜਿਹੜੀ ਇਹ ਦਿਨਾਂ 'ਚ ਬਦਲਦੀ ਹੈ। ਆ ਤੁਸੀਂ ਦੇਖੋ ਨਾ, ਕਿਸੇ ਨੇ ਸੋਚਿਆ ਸੀ ਕਿ ਬੀਜੇਪੀ ਦੀ ਇਹ ਪੋਜੀਸ਼ਨ ਹੋ ਜੂਗੀ ਪੰਜਾਬ 'ਚ। ਕਿਸਾਨ ਅੰਦੋਲਨ ਨੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਡਾਵਾਂਡੋਲ ਕਰਤੀ ਪੰਜਾਬ 'ਚ। ਕਿੱਥੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਅੰਮ੍ਰਿਤਸਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਿਹੜਾ ਕੌਮੀ ਸ਼ਾਹਰਾਹ ਮੋਦੀ ਸਾਹਿਬ ਦੀ ਸਰਕਾਰ ਨੇ ਪਾਸ ਕੀਤਾ, ਕਿੰਨੇ ਫੈਸਲੇ ਕੀਤੇ, ਤੇ ਉਦੋਂ ਲੱਗ ਰਿਹਾ ਸੀ ਕਿ ਭਾਜਪਾ ਤਕੜਾ ਮੁਕਾਬਲਾ ਦੇਊਗੀ। ਔਰ ਬੀਜੇਪੀ ਦੇ ਲੀਡਰ ਕਹਿ ਰਹੇ ਸੀ ਕਿ ਅਸੀਂ ਅਕਾਲੀ ਦਲ ਨਹੀਂ, ਵੱਡੇ ਭਰਾ ਅਸੀਂ ਹਾਂ, ਅਸੀਂ ਇਕੱਲੇ ਚੋਣਾਂ ਲੜਨਾ ਚਾਹੁੰਦੇ ਹਾਂ, ਵੱਧ ਸੀਟਾਂ ਤੇ ਲੜਨਾ ਚਾਹੁੰਦੇ ਹਾਂ। ਅੱਜ ਬੀਜੇਪੀ ਪਿੱਛੇ ਪੈ ਗਈ। ਸੋ ਦਿਨਾਂ 'ਚ ਸਿਆਸਤ ਬਦਲਦੀ ਹੈ। ਅਗਰ ਕਿਸਾਨਾਂ ਦਾ ਕੋਈ ਰੇੜਕਾ ਨਿਬੜ ਗਿਆ ਸਰਕਾਰ ਨਾਲ, ਕੋਈ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਕਿਸਾਨਾਂ ਨੂੰ, ਦਿਨ ਫੇਰ ਬਦਲ ਜਾਣੇ ਨੇ ਸਿਆਸਤ ਦੇ ਪੰਜਾਬ ਦੇ ਵਿੱਚ। ਹਜੇ ਤਾਂ 11 ਮਹੀਨੇ ਤੇ 20-25 15-20 ਦਿਨਾਂ ਤੋਂ ਵੱਧ ਹੀ ਸਮਾਂ ਪਿਆ ਚੋਣਾਂ ਨੂੰ। 11 ਮਹੀਨੇ ਤੋਂ ਤਾਂ ਵੱਧ ਹੀ ਪਿਆ, ਮੈਂ ਦਿਨ ਗਿਣ ਰਿਹਾ ਕੱਲ ਦਾ। ਹੁਣ ਸਿਆਸਤ ਬਦਲਣ ਲਈ ਗਗਨ, ਅਰਵਿੰਦ ਕੇਜਰੀਵਾਲ ਦੀ ਸਰਕਾਰ ਵੀ 2017 ਤੋਂ ਪਹਿਲਾਂ ਵਾਲੀ ਮਾਘੀ ਵੇਲੇ ਆ ਸਰਵੇਖਣ ਹੋਏ ਸੀ ਨਾ, 100 ਸੀਟਾਂ ਜਿੱਤਦੇ ਸੀ। ਉਦੋਂ ਕਈ ਤਾਂ ਸੋਚਣ ਲੱਗ ਗਏ ਸੀ, ਸੁਪਨੇ ਲੈਣ ਲੱਗ ਗਏ ਸੀ ਵੀ ਮੈਂ ਆਹ ਮੰਤਰਾਲਾ ਲੈਣਾ, ਮੈਂ ਆਹ ਮੰਤਰੀ ਬਣਨਾ ਹੈ ਜੀ। ਬਿਲਕੁਲ। ਕਈਆਂ ਨੇ ਤਾਂ ਨਵੇਂ ਕੱਪੜੇ ਸਮਾਉਣੇ ਵੀ ਸ਼ੁਰੂ ਕਰਤੇ ਸੀ ਵੀ ਸਹੁੰ ਚੱਕਣ ਵੇਲੇ ਕਿਹੜਾ ਸੂਟ ਪਾਉਣਾ, ਕੁੜਤੇ ਪਜਾਮੇ ਨਾਲ ਉੱਪਰਲਾ ਮੈਂ ਅੱਧੀ ਦੀ ਜੈਕਟ ਚੱਲੀ ਜਿਹੜੀ ਹੈ ਕਿਹੜੀ ਪਾਉਣੀ ਜੀ। ਸੋ ਸਾਰਿਆਂ ਨੂੰ ਚਾਹ ਹੁੰਦਾ, ਮਿਹਨਤ ਕਰਦੇ ਨੇ ਲੋਕ ਜ਼ਿੰਦਗੀ 'ਚ ਵੀ ਅਸੀਂ ਸੂਬੇ ਲਈ ਕੁਝ ਕਰਨਾ ਹੈ। ਹਰ ਬੰਦਾ ਚਾਹੁੰਦਾ ਵੀ ਮੈਂ ਮੰਤਰੀ ਬਣਾ, ਕੋਈ ਚਾਹੁੰਦਾ ਮੈਂ ਅਧਿਆਪਕ ਬਣਾ, ਕੋਈ ਚਾਹੁੰਦਾ ਮੈਂ ਬਿਜ਼ਨਸਮੈਨ ਬਣਾ। ਕਈ ਇਹੋ ਜਿਹੇ ਵੀ ਨੇ ਕਹਿੰਦੇ ਵੀ ਛੇਤੀ ਸਾਡੇ ਹੱਥ ਬਟੇਰ ਲੱਗੇ, 4 ਪੈਸੇ ਬਣਾਈਏ। ਬਿਲਕੁਲ, ਹਰ ਤਰ੍ਹਾਂ ਦੇ ਲੋਕ ਨੇ। ਹੁਣ ਜਿਹੜੀ ਗੱਲ ਚੱਲ ਰਹੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਜਦੋਂ ਹੁਣ ਵਿਧਾਇਕਾਂ ਨੂੰ ਮਿਲੇ, 37 ਵਿਧਾਇਕਾਂ ਨੂੰ, ਉਹਦੇ ਪਿੱਛੇ ਕਾਰਨ ਕੀ ਸੀ ਗਗਨ? ਤੁਸੀਂ ਮੈਨੂੰ ਪੁੱਛੋ, ਮੈਂ ਤੁਹਾਨੂੰ ਕਾਰਨ ਦੱਸੂ ਜੀ। ਦੱਸੋ ਅਸਲ ਕਾਰਨ ਕੀ ਸੀ ਜੀ। ਅਸਲ ਕਾਰਨ ਇਹ ਸੀ ਕਿ ਹੁਣ ਟਿਕਟਾਂ ਦੀ ਵੰਡ ਹੋਣੀ ਹੈ ਥੋੜੀ ਦੇਰ ਬਾਅਦ। ਹੁਣ ਪ੍ਰਸ਼ਾਂਤ ਕਿਸ਼ੋਰ ਸਾਰੇ ਵਿਧਾਇਕਾਂ ਨੂੰ, ਨਵਿਆਂ ਨੂੰ ਮਿਲੇ ਜਿਹੜੇ ਪਹਿਲੀ ਵਾਰੀ ਵਿਧਾਇਕ ਬਣੇ। ਹੁਣ ਪਹਿਲਾਂ ਤਾਂ ਉਹਨਾਂ ਦਾ ਕੰਮਕਾਜ ਉਹਨਾਂ ਤੋਂ ਪੁੱਛ ਲਿਆ, ਉਹਨਾਂ ਤੋਂ ਰਿਪੋਰਟਾਂ ਲੈ ਲਈਆਂ, ਉਹਨਾਂ ਨੂੰ ਮਿਲ ਰਹੇ। ਹੁਣ ਉਹਨਾਂ ਸਾਰਿਆਂ ਦੇ ਹਲਕਿਆਂ ਦੀ ਸਮੀਖਿਆ ਆਪਣੇ ਪੱਧਰ ਤੇ ਪ੍ਰਸ਼ਾਂਤ ਕਿਸ਼ੋਰ ਕਰਨਗੇ ਵੀ ਆ 37 ਵਿਧਾਇਕਾਂ ਦੇ ਹਲਕਿਆਂ ਦੀ ਜ਼ਮੀਨੀ ਹਕੀਕਤ ਕੀ ਹੈ। ਹੁਣ ਪ੍ਰਸ਼ਾਂਤ ਕਿਸ਼ੋਰ ਆਪਣਾ ਗੁਪਤ ਸਰਵੇਖਣ ਕਰਾਉਣਗੇ। ਹੁਣ ਸਾਰਿਆਂ ਦੇ ਹਲਕਿਆਂ 'ਚ ਸਰਵੇਖਣ ਹੋ ਜਾਣੇ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਸਾਡੇ ਹਲਕੇ 'ਚ ਸਰਵੇਖਣ ਹੋ ਗਿਆ। ਜਿਵੇਂ ਸੁਖਬੀਰ ਤੋਂ ਵੀ ਕਈ ਪਾਰਟੀ ਦੇ ਲੀਡਰ ਟਿਕਟ ਲੈਣ ਜਾਂਦੇ ਆ ਨਾ, ਵੀ ਬਾਦਲ ਸਾਹਿਬ ਸਾਨੂੰ ਟਿਕਟ ਦਿਓ, ਅਸੀਂ ਹਲਕੇ 'ਚ ਬਹੁਤ ਮਿਹਨਤ ਕੀਤੀ। ਬਾਦਲ ਸਾਹਿਬ ਕਹਿੰਦੇ ਵੀ ਸਰਵੇਖਣ ਦੀ ਰਿਪੋਰਟ 'ਚ ਤਾਂ ਤੂੰ ਹਾਰਦਾ, ਵੀ ਦੂਜਾ ਜਿੱਤਦਾ। ਉਹ ਬੰਦਾ ਹੈਰਾਨ ਹੋ ਜਾਂਦਾ ਦਾਅਵੇਦਾਰ ਟਿਕਟ ਦਾ ਵੀ ਮੇਰੇ ਹਲਕੇ 'ਚ ਕਦੋਂ ਸਰਵੇਖਣ ਹੋ ਗਿਆ। ਸੋ ਬਹੁਤ ਸਾਰੀਆਂ ਸਾਡੇ ਮੁਲਕ 'ਚ ਕੰਪਨੀਆਂ ਨੇ ਜਿਹੜੀਆਂ ਰਾਤੋਂ ਰਾਤ ਸਰਵੇਖਣ ਕਰ ਦਿੰਦੀਆਂ ਨੇ। ਬਿਲਕੁਲ। ਸੋ ਕਈ ਦਿਨ 'ਚ ਕਰ ਦਿੰਦੀਆਂ ਨੇ। ਹੁਣ ਪ੍ਰਸ਼ਾਂਤ ਕਿਸ਼ੋਰ ਦੇਖੋ ਸਰਵੇਖਣਾਂ ਦੇ ਬਾਦਸ਼ਾਹ ਨੇ, ਪੋਲੀਟੀਕਲ ਬਾਦਸ਼ਾਹ ਸਰਵੇਖਣਾਂ ਦੇ। ਹੁਣ ਉਹਨਾਂ ਨੇ ਤਾਂ ਸਰਵੇਖਣ ਕਰਨਾ ਹੀ ਆ ਪੰਜਾਬ 'ਚ। ਹੁਣ ਇਹ 37 ਵਿਧਾਇਕ ਨੇ ਜਿਹੜੇ ਗਗਨ, ਅਸਲ 'ਚ ਇਹਨਾਂ ਦੇ ਹਲਕਿਆਂ ਦੇ ਸਰਵੇਖਣ ਜਾਂ ਤਾਂ ਹੋਣਗੇ ਜਾਂ ਸਰਵੇਖਣ ਹੋ ਚੁੱਕੇ ਹੋਣੇ ਨੇ। ਹੁਣ ਉਹਨਾਂ ਨੂੰ ਸੱਦਿਆ ਗਿਆ, ਉਹਨਾਂ ਨੂੰ ਮਿਲਿਆ ਗਿਆ, ਉਹਨਾਂ ਤੋਂ ਪੁੱਛਿਆ ਗਿਆ। ਔਰ ਮੈਂ ਅਜੇ ਮਹਿਸੂਸ ਕਰਦਾ ਇਹ ਸਾਰੇ ਵਿਧਾਇਕ ਭਾਵੇਂ ਕਹੀ ਜਾਣ ਕਿ ਸਾਡੀ ਰਾਏ ਪੁੱਛੀ ਗਈ ਜੀ, ਵੀ ਤੁਸੀਂ ਕਿੰਨਾ ਕੁ ਖੁਸ਼ ਹੋ, ਵਿਕਾਸ ਕਾਰਜਾਂ ਦੀ ਗੱਲ ਕੀਤੀ ਗਈ। ਵਿਕਾਸ ਕਾਰਜ ਤਾਂ ਉਸ ਪੱਧਰ ਤੇ ਹੋਏ ਨਹੀਂ ਪੰਜਾਬ 'ਚ ਐਤਕੀ। ਸੁਖਬੀਰ ਦੇ ਰਾਜ 'ਚ ਜੋ ਵਿਕਾਸ ਹੋਇਆ, ਇਸ ਵਾਰ ਉਹ ਵਿਕਾਸ ਨਹੀਂ ਹੋਇਆ। ਪ੍ਰਸ਼ਾਸਨ ਚੰਗਾ ਚਲਾਇਆ ਕੈਪਟਨ ਸਾਹਿਬ ਨੇ, ਉਹਦੇ ਤੇ ਕੋਈ ਉਹਨਾਂ ਦਾ ਸਾਨੀ ਨਹੀਂ। ਪੁਲਿਸ ਨੇ ਵਧੀਆ ਕੰਮ ਕੀਤਾ, ਡਿਪਟੀ ਕਮਿਸ਼ਨਰਾਂ ਨੇ ਵਧੀਆ ਕੰਮ ਕੀਤਾ, ਅਫਸਰਾਂ ਨੇ ਵਧੀਆ ਕੰਮ ਕੀਤਾ, ਕੋਵਿਡ ਸਮੇਂ ਵੀ ਚੰਗਾ ਕੰਮ ਕੀਤਾ, ਗੈਂਗਸਟਰਵਾਦ ਤੇ ਕਾਬੂ ਪਾਇਆ ਗਿਆ, ਨਸ਼ਿਆਂ ਤੇ ਕੰਟਰੋਲ ਹੋ ਗਿਆ ਕਾਫੀ ਹੱਦ ਤੱਕ। ਇਹ ਗੱਲਾਂ ਸਮਝ ਆਈਆਂ। ਪਰ ਅਸੀਂ ਇਹ ਕਹਿ ਦਈਏ ਨਵੇਂ ਪੁਲ ਬਣ ਗਏ, ਨਵੀਆਂ ਇਮਾਰਤਾਂ ਬਣ ਗਈਆਂ, ਨਵੀਆਂ ਸੜਕਾਂ ਬਣ ਗਈਆਂ। ਮੈਂ ਦੇਖ ਰਿਹਾ ਸੀ ਅਖਬਾਰਾਂ 'ਚ ਇਸ਼ਤਿਹਾਰ, ਸੜਕਾਂ ਦੇ ਰਿਪੇਅਰ ਦੀ ਗੱਲ ਜ਼ਿਆਦਾ ਸੀ। ਜਿਵੇਂ ਇੱਕ ਵਾਰ ਚੰਨੀ ਸਾਹਿਬ ਨੇ ਵੀ ਬਿਆਨ ਦਿੱਤਾ ਸੀ ਵੀ ਬੜੇ ਪੈਚ ਲਾਏ ਅਸੀਂ। ਬਿਲਕੁਲ। ਸੋ ਇਸ ਕਰਕੇ ਹੁਣ ਇਹ ਸਾਰੇ ਜਿਹੜੇ ਵਿਧਾਇਕ ਨੇ ਗਗਨ, ਇਹ ਮੈਂ ਮੰਨਦਾ ਕਿ ਇਹਨਾਂ 37 ਵਿਧਾਇਕਾਂ ਦੇ ਹਲਕਿਆਂ ਦਾ ਸਰਵੇਖਣ ਹੋਣਾ। ਸਰਵੇਖਣ ਤਾਂ 117 ਦਾ ਹੀ ਹੋਊਗਾ, ਇਹਨਾਂ 37 ਹਲਕਿਆਂ ਦੇ ਵਿਧਾਇਕਾਂ ਦਾ ਵੀ ਸਰਵੇਖਣ ਹੋਊਗਾ। ਹੁਣ ਇਹ ਵਿਧਾਇਕ ਮਿਹਨਤ ਕਰਨ ਆਪਣੇ ਹਲਕਿਆਂ 'ਚ, ਮੇਰੀ ਸਲਾਹ ਹੈ ਵਿਕਾਸ ਕੰਮਾਂ ਲਈ ਲੜ ਜਾਣ ਜਾ ਕੇ।
ਜਿਵੇਂ ਸਿੱਧੂ ਸਟੈਂਡ ਲੈ ਜਾਂਦੇ ਨਾ ਵੀ ਜੇ ਮੇਰਾ ਕੰਮ ਨਹੀਂ ਹੁੰਦਾ ਮੈਂ ਆ ਬੈਠਾ, ਜੀ ਜਿਵੇਂ ਪ੍ਰਗਟ ਸਿੰਘ ਆਵਾਜ਼ ਬੁਲੰਦ ਕਰਦੇ ਨਾ ਵੀ ਮੇਰੇ ਹਲਕੇ 'ਚ ਜਾਂ ਸੂਬੇ 'ਚ ਆ ਕੰਮ ਹੋਣੇ ਚਾਹੀਦੇ ਨੇ। ਅਗਰ ਇਹਨਾਂ ਵਿਧਾਇਕਾਂ ਦੇ ਹਲਕੇ 'ਚ ਗਗਨ ਅਗਰ ਇਹ ਵਿਧਾਇਕ ਜ਼ਿਆਦਾ ਵਿਕਾਸ ਨਹੀਂ ਕਰ ਸਕੇ, ਲੋਕ ਇਹਨਾਂ ਤੋਂ ਨਾਖੁਸ਼ ਹੋਏ, ਹੁਣ ਮੈਨੂੰ ਨਹੀਂ ਪਤਾ 37 ਚੋਂ ਕਿੰਨਿਆਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਜੀ ਕਿਉਂਕਿ ਇਹ ਪਹਿਲੀ ਵਾਰ ਦੇ ਵਿਧਾਇਕ ਸੀ। ਇਹਨਾਂ ਦੀ ਪਰਫਾਰਮੈਂਸ ਬਹੁਤ ਮੈਟਰ ਕਰਦੀ ਹੈ, ਔਰ ਪ੍ਰਸ਼ਾਂਤ ਕਿਸ਼ੋਰ ਇਹਨਾਂ ਦੀ ਪਰਫਾਰਮੈਂਸ ਦੀ ਰਿਪੋਰਟ ਵੀ ਬਣਾਉਣਗੇ, ਤਾਂ ਹੀ ਮੀਟਿੰਗ ਕੀਤੀ ਨਾ ਜੀ। ਬਿਲਕੁਲ। ਹੁਣ ਇਸ ਤੋਂ ਬਾਅਦ ਵਾਰੀ ਆ ਜਾਣੀ ਜਿਹੜੇ ਸਿਟਿੰਗ ਵਿਧਾਇਕ ਨੇ, ਜਿਹੜੇ 2 ਵਾਰ ਦੇ ਵਿਧਾਇਕ ਨੇ, 3 ਵਾਰ ਦੇ ਵਿਧਾਇਕ ਨੇ, ਉਹ ਸੀਨੀਅਰ ਜ਼ਿਆਦਾ ਹੁੰਦੇ ਨੇ, ਇਸ ਕਰਕੇ ਉਹਨਾਂ ਤੇ ਤੁਰੰਤ ਉਹਨਾਂ ਨਾਲ ਮੀਟਿੰਗ ਤੁਰੰਤ ਵੀ ਕਰਦੇ ਤੇ ਉਹਨਾਂ ਨੇ ਕਹਿਣਾ ਸੀ ਜੀ ਅਸੀਂ 5-5 ਵਾਰ ਦੇ ਵਿਧਾਇਕ ਹਾਂ ਤੇ ਅਸੀਂ ਮੀਟਿੰਗ ਐਡੀ ਛੇਤੀ ਨਹੀਂ ਮੰਨਦੇ ਇਹ ਗੱਲਾਂ ਨੂੰ। ਜੀ ਉਹਨਾਂ ਨੇ ਕਹਿਣਾ ਸੀ ਕੈਪਟਨ ਅਮਰਿੰਦਰ ਸਿੰਘ ਸਾਡੇ ਨਾਲ ਮੀਟਿੰਗ ਕਰਨ। ਬਿਲਕੁਲ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਵੱਡਾ ਹੋ ਗਿਆ, ਕਈ ਸਰਕਾਰਾਂ ਪ੍ਰਸ਼ਾਂਤ ਕਿਸ਼ੋਰ ਨੇ ਸੇਵਾਵਾਂ ਦੇ ਕੇ ਮਦਦ ਕੀਤੀ ਬਣਨ ਦੇ ਵਿੱਚ, ਇਸ ਕਰਕੇ ਮਿਲ ਲੈਣਗੇ ਸੀਨੀਅਰ ਵਿਧਾਇਕ ਵੀ ਇਸ ਆਸ 'ਚ ਕਿ ਚਲੋ ਪ੍ਰਸ਼ਾਂਤ ਕਿਸ਼ੋਰ ਸਾਨੂੰ ਵੀ ਕੋਈ ਗੁਰ ਦੱਸੂਗਾ, ਸਾਡਾ ਫਾਇਦਾ ਹੋਊਗਾ, ਇਸ ਕਰਕੇ ਮਿਲ ਲੈਣਗੇ। ਪਰ ਦਿਲੋਂ ਖੁਸ਼ ਨਹੀਂ ਹੋਣੇ ਵੀ ਕੋਈ ਪ੍ਰਿੰਸੀਪਲ ਜਿਹੜਾ ਐਡਵਾਈਜ਼ਰ ਹੈ ਉਹ ਸਾਡੇ ਨਾਲ ਮੀਟਿੰਗਾਂ ਕਰੇ, ਸਾਡੇ ਤੋਂ ਵਿਕਾਸ ਕੰਮਾਂ ਬਾਰੇ ਪੁੱਛੇ, ਸਲਾਹ ਮਸ਼ਵਰਾ ਕਰੇ। ਹਾਂ, ਕੈਪਟਨ ਅਮਰਿੰਦਰ ਬੁਲਾਉਣਗੇ, ਉਹ ਬੜੇ ਖੁਸ਼ ਹੋਣਗੇ ਵੀ ਚਲੋ ਨਾਲੇ ਚਾਹ ਪੀ ਕੇ ਆਵਾਂਗੇ ਕੈਪਟਨ ਸਾਹਿਬ ਨਾਲ। ਬਿਲਕੁਲ। ਹੁਣ ਇਹ ਬੜੀ ਨਵੀਂ ਤਰ੍ਹਾਂ ਦੀ ਜਿਹੜੀ ਹੈ ਇਸ ਵਾਰ ਸਥਿਤੀ ਦਾ ਸਾਹਮਣਾ ਕਾਂਗਰਸ ਦੇ ਵਿਧਾਇਕਾਂ ਨੂੰ ਕਰਨਾ ਪੈਣਾ, ਮੰਤਰੀਆਂ ਨੂੰ ਵੀ ਕਰਨਾ ਪੈਣਾ। ਦੇਖੋ, ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਹੋਣੀ ਹੈ ਗਗਨ, ਔਰ ਮੈਂ ਅੱਗੇ ਵੀ ਕਹਿਣਾ ਕੇਂਦਰ ਦੀ ਸਰਕਾਰ 'ਚ ਇੱਕੋ ਮੰਤਰੀ ਹੈ ਜਿਹਨੇ ਆਪਣੇ ਕੰਮ ਦੇ ਦਮ ਤੇ ਆਪਣੀ ਸ਼ੋਹਰਤ ਬਣਾਈ ਹੈ, ਨਿਤਿਨ ਗਡਕਰੀ ਸਾਹਿਬ ਨੇ। ਬੀਜੇਪੀ ਦੇ ਨਿਤਿਨ ਗਡਕਰੀ ਨੂੰ ਇੰਡੀਆ ਦਾ ਬੱਚਾ ਜਾਣਨ ਲੱਗ ਗਿਆ ਵੀ ਇੰਨੀਆਂ ਸੜਕਾਂ ਦੇਖੋ, ਮੈਂ ਅੱਗੇ ਵੀ ਜ਼ਿਕਰ ਕਰਦਾ ਆ ਕਿੱਡਾ, ਆ ਦੇਖੋ ਤੁਸੀਂ ਲੁਧਿਆਣੇ ਦੁਰਾਹੇ ਵਾਲਾ ਪੁਲ ਨਿਕਲਦਾ, ਇੱਕ ਖੰਨਾ ਦੁਰਾਹਾ ਲੁਧਿਆਣਾ, ਇਹ ਲਾਡੋਵਾਲ ਪਿੰਡਾ ਜੋ ਹੁੰਦਾ ਹੋਇਆ ਸਤਲੁਜ ਦੇ ਬੈਰੀਅਰ ਤੇ ਪਹੁੰਚ ਜਾਂਦਾ। ਜਲੰਧਰ ਘੰਟੇ ਦਾ ਕਰਤਾ, ਲੁਧਿਆਣੇ ਚੋਂ ਘੰਟੇ 'ਚ ਜਲੰਧਰ ਪਹੁੰਚ ਜਾਂਦੇ ਲੋਕ। ਜੀ ਆ ਤੁਸੀਂ ਚੰਡੀਗੜ੍ਹ ਦੇਖ ਲਓ ਕਿੱਡਾ ਨੇੜੇ ਲਾਤਾ ਨਿਤਿਨ ਗਡਕਰੀ ਨੇ। ਆ ਸਮਰਾਲਾ ਚੌਂਕ ਲੁਧਿਆਣੇ ਤੋਂ ਤੁਹਾਨੂੰ 1.5 ਘੰਟਾ ਹੀ ਲੱਗਦਾ, ਤੁਸੀਂ ਚੰਡੀਗੜ੍ਹ ਪਹੁੰਚ ਜਾਂਦੇ ਹੋ। ਕਿੱਥੇ 2.5 ਘੰਟੇ ਲੱਗਦੇ ਸੀ ਬੱਸਾਂ ਜਦੋਂ ਮੈਂ ਜਾਂਦਾ ਸੀ, ਹਾਂਜੀ। ਬਿਲਕੁਲ। ਸੋ ਹਾਲਾਂਕਿ ਬੱਸਾਂ ਵਾਲੇ ਬਹੁਤ ਤੇਜ਼ ਚਲਾਉਂਦੇ ਸੀ, ਬੱਸਾਂ ਵਾਲਿਆਂ ਦੀ ਡਰਾਈਵਿੰਗ ਦਾ ਸਾਨੂੰ ਪਤਾ ਹੀ ਹੈ, ਜਿਹੜੀਆਂ ਸਰਕਾਰੀ ਬੱਸਾਂ ਦੇ ਡਰਾਈਵਰ ਹੈ ਬਿਲਕੁਲ, ਉਹਨਾਂ ਦੀ ਆਵਾਜ਼ ਵੀ ਬੱਸਾਂ ਦੀ ਚੰਗੀ ਹੁੰਦੀ, ਸੋ ਲੋਕ ਵੀ ਪਹਿਲਾਂ ਪਿੱਛੇ ਹੋ ਜਾਂਦੇ ਵੀ ਜਗ੍ਹਾ ਦੇ ਦਿਓ। ਸੋ ਇਸ ਕਰਕੇ ਹੁਣ ਜਿਹੜੀਆਂ ਇਸ ਵਾਰ ਜਿਹੜੀਆਂ ਸਥਿਤੀਆਂ ਬਣਨਗੀਆਂ ਨਾ ਗਗਨ, ਉਹ ਬੜੀਆਂ ਵੱਖਰੀਆਂ ਬਣਨਗੀਆਂ। ਸੋ ਨਿਤਿਨ ਗਡਕਰੀ ਨੇ ਦੇਸ਼ 'ਚ ਇੱਕ ਨਾਮ ਬਣਾਇਆ ਕਿ ਡਿਵੈਲਪਮੈਂਟ ਕਿਵੇਂ ਕੀਤੀ ਜਾਂਦੀ ਹੈ। ਪੰਜਾਬ 'ਚ ਵੀ ਡਿਵੈਲਪਮੈਂਟ ਹੋਈ ਪਿਛਲੇ ਸਮਿਆਂ 'ਚ, ਸੁਖਬੀਰ ਨੂੰ ਵੀ ਕ੍ਰੈਡਿਟ ਮਿਲਿਆ, ਪਰ ਨਿਤਿਨ ਗਡਕਰੀ ਪਹਿਲਾਂ ਵੀ ਮੰਤਰੀ ਸੀ, ਉਹਨਾਂ ਦਾ ਵੱਡਾ ਯੋਗਦਾਨ ਸੀਗਾ। ਆ ਪੁਲ ਲੋਕਾਂ ਨੂੰ ਲੱਗਦਾ ਨਹੀਂ ਸੀ ਆ ਬਣ ਜਾਊਗਾ, ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਨਾ ਵੀ ਆ ਬਣੂਗਾ ਪੁਲ, ਕਹਿ ਗਿਆ ਹਾਈਵੇ ਲੁਧਿਆਣਾ ਚੰਡੀਗੜ੍ਹ ਹਾਈਵੇ 4 ਲੇਨਿੰਗ ਆ ਹੋ ਗਈ। ਆ ਮੈਂ ਕਿੰਨੀ ਵਾਰੀ ਚੰਡੀਗੜ੍ਹ ਹਫ਼ਤੇ 'ਚ 4-4 ਗੇੜੇ ਲਾ ਦਿੰਦਾ ਜੀ। ਸੋ 80 ਤੇ ਉੜਦੀ ਜਾਂਦੀ ਆ ਕਾਰ, 80 ਤੇ ਐਂ ਲੱਗਦਾ ਹੁੰਦਾ ਜਿਵੇਂ ਆਪਾਂ ਬਹੁਤ ਹੌਲੀ ਜਾ ਰਹੇ ਹਾਂ, ਬਸ ਸਪੀਡ ਲਿਮਿਟ 80 ਹੈ ਜੀ। ਇਹ ਤਾਂ ਉੱਤੇ ਚਲਾਉਣੀ ਵੀ ਨਹੀਂ ਚਾਹੀਦੀ। ਹੁਣ ਜਿੰਨਾ ਨਿਤਿਨ ਗਡਕਰੀ ਨੇ ਨਾਮ ਬਣਾ ਲਿਆ, ਤੁਸੀਂ ਦੱਸੋ ਪੰਜਾਬ ਦੇ ਕਿਸੇ ਲੀਡਰ ਦਾ ਨਾਮ ਦੱਸੋ ਜਿਹਨੇ ਇਹੋ ਜਿਹੇ ਕੰਮ ਕਰਤੇ ਹੋਣ ਵੀ ਲੋਕ ਕਹਿਣ ਕਿਆ ਬਾਤ ਹੈ। ਬਿਲਕੁਲ ਨਹੀਂ। ਹੈ ਜੀ, ਦੱਸੋ ਕਿਸੇ ਮੰਤਰੀ ਦਾ ਨਾਮ ਯਾਦ ਹੈ? ਨਹੀਂ, ਬਿਲਕੁਲ ਨਹੀਂ। ਕੈਪਟਨ ਅਮਰਿੰਦਰ ਤੋਂ ਬਿਨਾ ਕੋਈ ਮੰਤਰੀ ਪ੍ਰਸਿੱਧ ਹੀ ਨਹੀਂ ਹੋ ਸਕਿਆ ਪੰਜਾਬ 'ਚ। ਕੈਪਟਨ ਅਮਰਿੰਦਰ ਨੇ ਠੀਕ ਹੈ ਕਿਸਾਨਾਂ ਦੇ ਹੱਕ 'ਚ ਸਟੈਂਡ ਲਿਆ, ਖੇਤੀ ਕਾਨੂੰਨਾਂ ਦੇ ਮਸਲੇ ਤੇ ਸੋਧ ਮਤੇ ਵੀ ਪਾਸ ਕੀਤੇ ਆ, ਉਹ ਵੀ ਮੈਂ ਮੰਨਦਾ ਕਿ ਇੱਕ ਉਪਲਬਧੀ ਹੈ, ਪਰ ਇਹੋ ਜਿਹੀ ਉਪਲਬਧੀ ਇਸ ਸਰਕਾਰ ਨੇ ਨਹੀਂ ਹਾਸਲ ਕੀਤੀ ਕਿ ਪੰਜਾਬ 'ਚ ਯੁੱਗ ਪਲਟਾਊ ਬਦਲਾਅ ਆ ਗਏ ਹੁਣ ਜੀ, ਹੈ ਜੀ, ਕਿ ਪੰਜਾਬ ਦੀ ਸੂਰਤ ਬਦਲ ਗਈ ਹੋਵੇ, ਇਹੋ ਜਿਹੇ ਬਦਲਾਅ ਨਹੀਂ ਆਏ। ਪਰ ਕੋਈ ਮੰਤਰੀ ਇਹੋ ਜਿਹਾ ਦੱਸੋ ਗਗਨ, ਨਹੀਂ ਯਾਦ ਆਉਂਦਾ ਕੋਈ ਮੰਤਰੀ ਵੀ ਕਿਸੇ ਮੰਤਰੀ ਨੇ ਬਹੁਤ ਵੱਡੇ ਕੰਮ ਕੀਤੇ ਹੋਣ। ਇਸ ਕਰਕੇ ਹੁਣ ਮੰਤਰੀਆਂ ਦੇ ਕੰਮਕਾਜ ਦੀ ਵੀ ਸਮੀਖਿਆ ਹੋਣੀ ਹੈ, ਉਹ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ। ਹੁਣ ਮੰਤਰੀ ਵੀ ਸੋਚਦੇ ਹੋਣਗੇ ਵੀ ਆਪਾਂ ਜ਼ੋਰ ਲਾ ਲਈਏ ਭਾਈ, ਜਿਹੜਾ 1 ਸਾਲ ਰਹਿ ਗਿਆ। ਦੇਖੋ ਅਸਲ ਦੇ ਵਿੱਚ ਤਾਂ ਮੰਤਰੀ ਮੰਡਲ ਦਾ ਬਦਲਾਅ ਵੀ ਹੋਣਾ। ਹੁਣ ਸਾਰੇ ਵਿਧਾਇਕ ਨੇ, ਉਹਨਾਂ ਦੇ ਵਿੱਚੋਂ ਅਗਰ ਕੁਝ ਵਿਧਾਇਕਾਂ ਨੇ ਚੰਗੇ ਕੰਮ ਕੀਤੇ ਹੋਣਗੇ, ਰਿਪੋਰਟਾਂ ਦੇ ਮੁਤਾਬਕ ਕਿਸੇ ਵਿਧਾਇਕ ਨੇ ਸੜਕਾਂ ਪਾਸ ਕਰਾ ਲਈਆਂ, ਸਟੇਡੀਅਮ ਬਣਾਤੇ ਆਪਣੇ ਹਲਕੇ 'ਚ, ਆਪਣੇ ਹਲਕੇ ਦੀ ਦਿੱਖ ਬਦਲਤੀ, ਜਿਵੇਂ ਆ ਲੁਧਿਆਣੇ ਵਾਲੇ ਭਾਰਤ ਭੂਸ਼ਣ ਆਸ਼ੂ ਹੈ, ਇਹ ਪਾਰਕ ਪੂਰਕ ਬਹੁਤ ਬਣਾਉਂਦੇ ਨੇ, ਭਾਰਤ ਭੂਸ਼ਣ ਆਸ਼ੂ ਪਾਰਕ ਪੂਰਕ ਚੰਗੇ ਬਣਾਏ ਨੇ ਲੁਧਿਆਣੇ 'ਚ, 2-3 ਮਿੰਨੀ ਰੋਜ਼ ਗਾਰਡਨ ਵਰਗੇ। ਸੋ ਇਹੋ ਜਿਹੇ ਮੰਤਰੀ ਆ ਜਿਹੜੇ ਉਹ ਤਾਂ ਬਰਕਰਾਰ ਰਹਿ ਜਾਣਗੇ ਜੀ। ਪਰ ਜਿਹੜੇ ਮੰਤਰੀਆਂ ਨੇ ਕੋਈ ਬਹੁਤ ਵੱਡੀਆਂ ਉਪਲਬਧੀਆਂ ਨਹੀਂ ਹਾਸਲ ਕੀਤੀਆਂ, ਮੰਤਰੀ ਮੰਡਲ ਦਾ ਜਿਹੜਾ ਵਿਸਥਾਰ ਹੋਣਾ ਹੈ, ਦੇਖੋ ਸਿੱਧੂ ਤਾਂ ਆਉਂਦਾ ਨਹੀਂ, ਉਹ ਤਾਂ ਗੱਲ ਕਲੀਅਰ ਹੋ ਗਈ। ਕੈਪਟਨ ਅਮਰਿੰਦਰ ਹੁਣਾਂ ਦਾ ਵੀ ਅੱਜ ਬਿਆਨ ਆ ਗਿਆ ਕਿ ਮੈਂ ਤਾਂ ਮੰਤਰਾਲਾ ਰੱਖੀ ਬੈਠਾ ਸਿੱਧੂ ਲਈ, ਅਗਰ ਸਿੱਧੂ ਮੀਟਿੰਗ ਕਰਨਾ ਚਾਹੁੰਦਾ ਹਾਈ ਕਮਾਂਡ ਨਾਲ ਤੇ ਸਿੱਧੂ ਸਾਹਿਬ ਕਰ ਸਕਦੇ ਨੇ। ਪਰ ਮੰਤਰੀ ਵੀ ਬਦਲਣਗੇ ਹੁਣ ਗਗਨ,
ਔਰ ਇਹਨਾਂ 37 ਵਿਧਾਇਕਾਂ ਦੇ ਵਿੱਚੋਂ ਮੰਤਰੀਆਂ ਦੇ ਰੂਪ ਦੇ ਵਿੱਚ ਵੀ ਲੋਟਰੀ ਲੱਗ ਸਕਦੀ ਹੈ ਵਿਧਾਇਕਾਂ ਦੀ, ਪਹਿਲੀ ਵਾਰ ਚੁਣੇ ਹੋਏ ਵਿਧਾਇਕਾਂ ਦੀ, ਕਿਉਂਕਿ ਕੈਪਟਨ ਅਮਰਿੰਦਰ ਇਹ ਤਰਕ ਦੇਣਗੇ ਵੀ ਮੈਂ ਨਵੇਂ ਵਿਧਾਇਕਾਂ ਨੂੰ 1 ਸਾਲ ਤਜਰਬਾ ਦਿਵਾਉਣਾ ਚਾਹੁੰਦਾ, 8 ਮਹੀਨੇ ਜਾਂ 6 ਮਹੀਨੇ ਕਿ ਮੰਤਰੀ ਬਣ ਕੇ ਕਿਵੇਂ ਕੰਮ ਕਰਨਾ ਚਾਹੀਦਾ ਤਾਂ ਕਿ ਮੈਂ ਅਗਲੀ ਜਨਰੇਸ਼ਨ ਤਿਆਰ ਕਰਾਂ। ਜੀ ਡਿੱਲਾ ਸਾਹਿਬ, ਇੱਥੇ ਇੱਕ ਗੱਲ ਇਹ ਵੀ ਕਰਾਂਗਾ ਕਿ ਪ੍ਰਸ਼ਾਂਤ ਕਿਸ਼ੋਰ ਜੇਕਰ ਪਿਛਲੇ ਸਮੇਂ ਦੇ ਦੌਰਾਨ ਦੇਖੀਏ, ਚਾਹੇ ਉਹ ਉੱਤਰ ਪ੍ਰਦੇਸ਼ ਦੇ ਵਿੱਚ ਦੇਖੀਏ ਜਾਂ ਉਸ ਤੋਂ ਪਹਿਲਾਂ ਵੱਖ-ਵੱਖ ਜਦੋਂ ਚੋਣਾਂ ਹੋਈਆਂ ਨੇ, ਤਾਂ ਪ੍ਰਸ਼ਾਂਤ ਕਿਸ਼ੋਰ ਦਾ ਮੌਜੂਦਾ ਜੋ ਹਾਲਾਤ ਨੇ ਉਹ ਨੌਜਵਾਨ ਜਿਹੜੀ ਲੀਡਰਸ਼ਿਪ ਖੜੀ ਕਰਕੇ ਚੋਣਾਂ ਜਿੱਤਣ ਦੇ ਵਿੱਚ ਦਮ ਰੱਖਦੇ ਨੇ ਤੇ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ। ਸੋ ਲੱਗਦਾ ਹੈ ਕਿ ਜੇਕਰ ਨੌਜਵਾਨ ਕੇਡਰ ਖੜਾ ਕਰਨਾ ਹੈ ਕਾਂਗਰਸ ਨੇ, ਤਾਂ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਨਵੇਂ 37 ਵਿਧਾਇਕਾਂ ਦੀ ਕਿਤੇ ਨਾ ਕਿਤੇ ਇਸ ਦੇ ਪਿੱਛੇ ਨੌਜਵਾਨ ਕੇਡਰ ਖੜਾ ਕਰਨ ਦੀ ਵੀ ਗੱਲ ਹੋਵੇ, ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਫਿਰ ਮੂਹਰੇ ਲਿਆਉਣ ਦੀ ਕੋਸ਼ਿਸ਼ ਹੋਏਗੀ ਕਿ ਨੌਜਵਾਨ ਇੱਕ ਜਿਹੜਾ ਵੱਡਾ ਕੇਡਰ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾ ਕੀਤਾ ਜਾਵੇ। ਨਹੀਂ ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ, ਕਿਉਂਕਿ ਉਹ ਮੁੱਖ ਮੰਤਰੀ ਦੇ ਪ੍ਰਿੰਸੀਪਲ ਐਡਵਾਈਜ਼ਰ ਬਣੇ ਨੇ, ਸੋ ਉਹਨਾਂ ਦਾ ਮਕਸਦ ਤਾਂ ਇਹ ਹੋਣਾ ਹੈ ਕਿ ਮੈਂ ਮੁੱਖ ਮੰਤਰੀ ਨੂੰ ਤਕੜਾ ਕਰਾਂ, ਪੰਜਾਬ ਦੀ ਸਰਕਾਰ ਦੀ ਫੰਕਸ਼ਨਿੰਗ ਨੂੰ ਇੰਪਰੂਵ ਕਰਾਂ ਔਰ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਰਿਪੀਟ ਕਰਾਵਾਂ, ਦੁਬਾਰਾ ਲਿਆਵਾਂ। ਉਹਨਾਂ ਦਾ ਮੁੱਖ ਏਜੰਡਾ ਤਾਂ ਇਹੀ ਹੈ। ਔਰ ਇਹ ਸਾਰੇ ਹੁੰਦੇ ਨੇ ਫਾਰਮੂਲੇ। ਦੇਖੋ, ਦੋ ਗੱਲਾਂ ਨੇ, ਹਰ ਵਿਅਕਤੀ ਹੈ ਜਿਹੜਾ ਕਾਬਲ ਹੈ, ਭਾਵੇਂ ਉਹ ਨੌਜਵਾਨ ਹੈ ਭਾਵੇਂ ਬਜ਼ੁਰਗ ਹੈ, ਉਹਦੇ 'ਚ ਕੰਮ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਸਮਰੱਥਾ ਵਾਲਾ ਵਿਅਕਤੀ ਆਪਣੇ ਆਪ ਅੱਗੇ ਵੱਧ ਜਾਂਦਾ ਹੈ, ਸਮਰੱਥਾ ਵਾਲਾ ਵਿਅਕਤੀ ਆਪਣੇ ਆਪ ਅੱਗੇ ਵੱਧ ਜਾਂਦਾ ਹੈ। ਹੁਣ ਵੀ ਜਿਹੜਾ ਕੈਪਟਨ ਅਮਰਿੰਦਰ ਦਾ ਮੰਤਰੀ ਮੰਡਲ ਹੈ, ਉਹਦੇ ਵਿੱਚ ਕਈ ਨੌਜਵਾਨ ਮੰਤਰੀ ਨੇ। ਭਾਰਤ ਭੂਸ਼ਣ ਆਸ਼ੂ ਸਿਰਫ ਦੂਜੀ ਵਾਰ ਦੇ ਵਿਧਾਇਕ ਸੀ, ਉਹ ਮੰਤਰੀ ਬਣ ਗਏ। ਮੈਂ ਸਿਆਸਤ ਦੇ ਵਿੱਚ 60 ਸਾਲ ਤੱਕ ਦੇ ਵਿਅਕਤੀ ਨੂੰ ਨੌਜਵਾਨ ਹੀ ਮੰਨਦਾ, ਕਿਉਂਕਿ 20-25 ਸਾਲ ਤਾਂ ਸਿਆਸਤ ਸਮਝ ਹੀ ਨਹੀਂ ਆਉਂਦੀ ਸਿਆਸਤ ਕਰਨ ਵਾਲੇ ਨੂੰ। ਪੋਲੀਟੀਕਲ ਲੀਡਰ ਨੂੰ 20-25 ਸਾਲ ਤਾਂ ਸਮਝ ਹੀ ਨਹੀਂ ਆਉਂਦਾ ਹੈ ਜੀ, ਬਿਲਕੁਲ। ਸੋ ਇਸ ਕਰਕੇ ਮੇਰਾ ਨਜ਼ਰੀਆ ਕਿ 60 ਸਾਲ ਦੇ ਵਿਅਕਤੀ ਨੂੰ ਵੀ ਮੈਂ ਜਵਾਨ ਹੀ ਮੰਨਦਾ ਸਿਆਸਤ ਦੇ ਵਿੱਚ। ਸੋ ਮੈਂ ਇਸ ਗੱਲ ਦੇ ਹੱਕ 'ਚ ਵੀ ਨਹੀਂ ਕਿ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ 58 ਸਾਲ ਦੀ ਉਮਰ 'ਚ ਰਿਟਾਇਰ ਕੀਤੇ ਜਾਣ। ਸਰਕਾਰ ਬਦਲੇ ਪਾਲਿਸੀਆਂ, ਘੱਟੋ ਘੱਟ 75 ਸਾਲ ਦਾ ਜਿਹੜਾ ਸਮਾਂ ਕੰਮ ਕਰਨ ਦਾ ਦਿੱਤਾ ਜਾਣਾ ਚਾਹੀਦਾ। ਸਾਰੀ ਜ਼ਿੰਦਗੀ 58 ਸਾਲ, 25-25, 30-30 ਸਾਲ, 40-40 ਸਾਲ ਨੌਕਰੀਆਂ ਕਰਕੇ ਆਪਾਂ 58 ਸਾਲਾਂ 'ਚ ਜਦੋਂ ਕਿਸੇ ਵਿਅਕਤੀ ਨੂੰ 60 ਸਾਲ 'ਚ ਰਿਟਾਇਰ ਕਰਦੇ ਆ ਨਾ, ਉਹਦੀ ਜ਼ਿੰਦਗੀ ਦੇ ਬਹੁਤ ਤਜਰਬੇ ਵਾਲਾ ਸਮਾਂ ਬਾਕੀ ਪਿਆ ਹੁੰਦਾ। ਬਿਲਕੁਲ, ਉਦੋਂ ਉਹਨੂੰ ਪੈਨਸ਼ਨ ਦੇਣ ਦੀ ਬਜਾਏ ਸਿੱਧਾ 75 ਸਾਲ ਤੱਕ ਘੱਟੋ ਘੱਟ ਨੌਕਰੀ ਕਰਾਉਣੀ ਚਾਹੀਦੀ ਹੈ। 60 ਸਾਲ ਤੋਂ ਬਾਅਦ ਇੱਛਾ ਤੇ ਰੱਖ ਲਓ, ਅਗਰ ਕੋਈ ਵਿਅਕਤੀ ਰਿਟਾਇਰ ਹੋਣਾ ਚਾਹਵੇ ਵੀ ਮੈਂ ਪੈਨਸ਼ਨ ਤੇ ਜਾਣਾ ਹੈ ਤੇ ਉਹਨੂੰ ਰਿਟਾਇਰ ਕਰ ਦਿਓ। ਜਿਹੜੇ ਕੰਮ ਕਰਨਾ ਚਾਹਣ ਵੀ ਨਹੀਂ ਅਸੀਂ ਸੇਵਾ 'ਚ ਰਹਿਣਾ ਚਾਹੁੰਦੇ ਹਾਂ, ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਜੀ। ਸੋ ਇਨਸਾਨ ਦੀ ਜ਼ਿੰਦਗੀ ਤਾਂ ਹੀ 100 ਸਾਲ ਵਾਲੇ ਪਾਸੇ ਜਾਊ। ਅਸੀਂ ਪਹਿਲਾਂ ਹੀ ਮੰਨ ਲੈਂਦੇ ਹਾਂ ਵੀ 60 ਸਾਲ 'ਚ ਵਿਅਕਤੀ ਨੂੰ ਰਿਟਾਇਰ ਕਰ ਦਿਓ ਤੇ ਉਹ ਮਨੋਵਿਗਿਆਨਿਕ ਦਬਾਅ 'ਚ ਆ ਜਾਂਦਾ ਵਿਅਕਤੀ, ਕਿਉਂਕਿ ਉਹਨੂੰ ਕੰਮ ਕਰਨ ਦੀ ਆਦਤ ਹੁੰਦੀ ਹੈ ਜੀ। ਇੱਕੋ ਦਮ ਤੁਸੀਂ ਚਲਦੀ ਕਾਰ ਨੂੰ ਬੰਦ ਕਰਕੇ 6 ਮਹੀਨੇ ਸਟਾਰਟ ਹੀ ਨਾ ਕਰੋ ਤੇ ਉਹ ਮੁੜ ਕੇ ਸਰਵਿਸ ਕਰਾਉਣੀ ਪੈਂਦੀ। ਬਹੁਤ ਸਾਰੇ ਵਿਅਕਤੀ ਨੇ ਜਿਹੜੇ ਮਾਨਸਿਕ ਤੌਰ ਤੇ ਦਬਾਅ 'ਚ ਆਉਂਦੇ ਨੇ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਕੰਮ ਕਰਨ ਦੀ ਆਦਤ ਹੁੰਦੀ ਹੈ। ਅਚਾਨਕ ਉਹਨਾਂ ਨੂੰ ਇਸ ਤਰੀਕੇ ਦਾ ਵਿਹਾਰ ਮਿਲਣ ਲੱਗ ਜਾਂਦਾ ਹੈ ਵੀ ਜਿਵੇਂ ਰਿਟਾਇਰ ਹੋ ਗਏ ਜੀ ਬਸ ਜੀ। ਸੋ ਇਸ ਕਰਕੇ ਮੈਂ ਨਿੱਜੀ ਤੌਰ ਤੇ, ਦੇਖੋ ਸਾਰਿਆਂ ਦਾ ਵਿਚਾਰ ਇਹਦੇ 'ਤੇ ਵੱਖਰਾ ਹੋ ਸਕਦਾ ਹੈ, ਮੈਂ ਚਾਹੁੰਦਾ ਕਿ ਵਿਅਕਤੀ ਨੂੰ ਰਿਟਾਇਰ ਉਦੋਂ ਕੀਤਾ ਜਾਵੇ 75 ਸਾਲ ਘੱਟੋ ਘੱਟ ਉਮਰ ਤੈਅ ਹੋਵੇ ਕਿ 75 ਸਾਲ 'ਚ ਰਿਟਾਇਰ ਕਰਾਂਗੇ। ਔਰ ਅਗਰ ਕੋਈ 60 ਸਾਲ ਤੋਂ ਬਾਅਦ ਹੋਣਾ ਚਾਹਵੇ ਤਾਂ ਉਹਨੂੰ ਪੈਨਸ਼ਨ ਔਰ ਸਾਰੇ ਲਾਭ ਦੇ ਦਿਓ ਜੀ। ਬਹੁਤ ਸਾਰੇ ਲੋਕ ਨੇ ਜਿਹੜੇ ਕੰਮ ਕਰਨਾ ਚਾਹਣਗੇ, ਸੋ ਕਰਨਾ ਵੀ ਚਾਹੀਦਾ ਜਦ ਤੱਕ ਜਿਹੜਾ ਮਨੁੱਖ ਹੈ ਉਹ ਸਰਗਰਮ ਰਵੇ। ਜਿਹੜੇ ਨੌਜਵਾਨ ਨੇ, ਨੌਜਵਾਨਾਂ ਨੂੰ ਕਹੋ ਉਹ ਪੜ੍ਹਾਈ ਦਾ ਸਮਾਂ ਪੜ੍ਹਾਈ ਕਰੋ, ਉਸ ਤੋਂ ਬਾਅਦ ਕੰਮ ਕਰੋ। ਮੈਂ ਤਾਂ ਇਸ ਹੱਕ 'ਚ ਵੀ ਹਾਂ ਕਿ ਹਰ ਵਿਦਿਆਰਥੀ ਜਿਹੜਾ 10+2 ਕਰ ਲੇ, BA1 BA2 BA3 ਜਾਂ ਗ੍ਰੈਜੂਏਸ਼ਨ, ਉਹਨੂੰ ਕੰਮ ਕਰਨਾ ਚਾਹੀਦਾ ਪਾਰਟ ਟਾਈਮ ਕੋਈ ਨਾ ਕੋਈ, ਭਾਵੇਂ ਦੁਕਾਨ ਤੇ ਲੱਗੋ, ਭਾਵੇਂ ਰੈਸਟੋਰੈਂਟ ਤੇ ਲੱਗੋ, ਭਾਵੇਂ ਕਿਸੇ ਕੰਪਨੀ 'ਚ ਲੱਗੋ। ਕੋਈ ਸੰਗ ਨਹੀਂ ਕਰਨੀ ਚਾਹੀਦੀ। ਹੱਥੀਂ ਕੰਮ ਜਦ ਤੱਕ ਸਾਡੇ ਨੌਜਵਾਨ ਨਹੀਂ ਕਰਦੇ ਨਾ, ਸਾਡੇ ਗਗਨ ਹੁੰਦਾ ਕੀ ਹੈ, ਭਾਵੇਂ ਮੈਂ ਵਿਸ਼ੇ ਤੋਂ ਵੱਖਰਾ ਹੋ ਗਿਆ, ਸਾਡੀ ਸੁਸਾਇਟੀ 'ਚ ਹੁੰਦਾ ਕੀ ਹੈ ਕਿ ਅਸੀਂ ਪਹਿਲਾਂ ਤਾਂ +2 ਕਰ ਲੈਂਦੇ ਹਾਂ, ਫਿਰ ਗ੍ਰੈਜੂਏਸ਼ਨ ਕਰ ਲੈਂਦੇ ਹਾਂ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਅਸੀਂ ਪੋਸਟ ਗ੍ਰੈਜੂਏਸ਼ਨ ਕਰ ਲਈਏ, ਅਸੀਂ ਕੰਮ ਨਹੀਂ ਨਾਲ ਕਰਦੇ। ਫਿਰ ਅਸੀਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਹਿੰਦੇ ਹਾਂ ਜੀ ਸਾਡੇ ਮਤਲਬ ਦਾ ਕੰਮ ਨਹੀਂ ਮਿਲ ਰਿਹਾ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਈ ਮੁੰਡੇ ਜਿਹੜੇ ਵਿਹਲੇ ਹੁੰਦੇ ਆ ਨਾ ਜੀ, ਸ਼ਾਮ ਨੂੰ ਮੋਟਰਸਾਈਕਲ ਤੇ ਕੱਪੜਾ ਮਾਰ ਕੇ ਟਾਇਰ ਸਾਫ਼ ਕਰਕੇ ਧੋ ਕੇ ਸ਼ਾਮ ਨੂੰ ਨਿਕਲ ਜਾਂਦੇ, ਡੁੱਗ ਕਰਦੇ। ਤੇ ਜੇ ਉਹਨਾਂ ਨੂੰ ਪੁੱਛੋ ਕੋਈ ਕੰਮ ਨਹੀਂ ਕਰਦੇ, ਕਹਿੰਦੇ ਸਰ ਹਜੇ BA ਕੀਤੀ ਹੈ, ਹੁਣ ਸੋਚ ਰਹੇ ਹਾਂ ਵੀ ਕੀ ਕਰਨਾ ਅੱਗੇ। ਉਹ 6-7 ਮਹੀਨੇ ਤੱਕ ਹੀ ਸੋਚਾਂ 'ਚ ਹੀ ਕੱਢ ਦਿੰਦੇ। ਬਿਲਕੁਲ। ਸੋ ਉਹਦੇ ਨਾਲ ਸਾਡਾ ਜਿਹੜਾ ਨੌਜਵਾਨ ਹੈ ਉਹਦੀ ਤਾਕਤ ਕੰਮ ਕਰਨ ਦੀ ਹੈ ਉਹਦੀ ਘਟਦੀ ਹੈ। ਫਿਰ ਉਹ ਐਂ ਕੱਢ ਦਿੰਦੇ ਆ, ਫਿਰ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਤਾਂ ਇੰਨਾ ਪੜ੍ਹ ਲਿਖ ਗਏ, ਅਸੀਂ ਹੁਣ ਨਾ ਦੁਕਾਨ ਤੇ ਕੰਮ ਕਰ ਸਕਦੇ ਹਾਂ, ਨਾ ਰੈਸਟੋਰੈਂਟ ਤੇ ਕੰਮ ਕਰ ਸਕਦੇ ਹਾਂ, ਨਾ ਅਸੀਂ ਕਿਤੇ ਕਿਸੇ ਦੇ ਸਹਾਇਕ ਲੱਗ ਸਕਦੇ ਹਾਂ।
ਨਾ ਅਸੀਂ ਕਚਹਿਰੀਆਂ 'ਚ ਟਾਈਪ ਕਰ ਸਕਦੇ ਹਾਂ। ਫਿਰ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਕੰਮ ਸਾਡੀ ਪੜ੍ਹਾਈ ਦੇ ਅਨੁਕੂਲ ਨਹੀਂ, ਜਦਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਸੋ BA1 ਦੇ ਵਿੱਚ ਹੀ ਸਾਨੂੰ ਆਦਤ ਪਾਉਣੀ ਚਾਹੀਦੀ, BA1 ਨਹੀਂ ਤਾਂ 2 'ਚ ਪਾ ਲਓ, ਸੈਕੰਡ ਈਅਰ 'ਚ ਪਾ ਲਓ, ਥਰਡ ਈਅਰ 'ਚ ਪਾ ਲਓ, ਵੀ ਕਾਕਾ ਕੰਮ ਕਰੋ ਨਾਲ ਛੋਟਾ। ਜਦੋਂ ਤੁਸੀਂ ਕੰਮ ਕਰੋਗੇ ਤੁਹਾਨੂੰ ਜ਼ਿੰਦਗੀ 'ਚ ਕਈ ਰਾਹ ਨਿਕਲਣਗੇ। ਸੋ ਜਿਹੜੀ ਨੌਜਵਾਨੀ ਹੈ, ਨੌਜਵਾਨੀ ਨੂੰ ਜਲਦੀ ਕੰਮ ਤੇ ਲਾਉਣਾ ਚਾਹੀਦਾ। 18 ਸਾਲ ਪੂਰੇ ਹੁੰਦੇ ਹੀ ਉਹਨਾਂ ਨੂੰ ਕਰੋ ਕੰਮ ਬਈ ਨਾਲ। ਇਹ ਸਿਸਟਮ ਹੋਣਾ ਚਾਹੀਦਾ। ਉਹਦੇ ਨਾਲ ਜਿਹੜਾ ਹੈਗਾ ਇਹਦੇ 'ਚ ਅਮੀਰ ਗਰੀਬ ਵਾਲਾ ਫਰਕ ਨਹੀਂ ਹੋਣਾ ਚਾਹੀਦਾ ਵੀ ਅਸੀਂ ਤਾਂ ਸਾਡਾ ਤਾਂ ਕਹੀਏ ਜੀ ਸਾਡਾ ਤਾਂ ਘਰ ਪੂਰਾ ਸਰਦਾ ਜੀ, ਸਾਡੇ ਤਾਂ ਅਸੀਂ ਮੁੰਡੇ ਨੂੰ ਕੰਮ ਨਹੀਂ ਕਰਾਉਣਾ। ਉਹ ਵੀ ਗੱਲ ਗਲਤ ਹੈ ਗਗਨ, ਬਿਲਕੁਲ ਉਹ ਵੀ ਗੱਲ ਗਲਤ ਹੈ ਵੀ ਅਸੀਂ ਕੰਮ ਨਹੀਂ ਕਰਾਉਣਾ ਜੀ, ਨਹੀਂ ਵੀ ਤੂੰ ਸ਼ਾਮ ਨੂੰ ਮੋਟਰਸਾਈਕਲ ਹੀ ਚਲਾ ਡੁੱਗ, ਬਿਲਕੁਲ ਉਹ ਵੀ ਗਲਤ ਹੈ। ਸਾਰਿਆਂ ਨੂੰ ਕੰਮ ਕਰਾਉਣਾ ਚਾਹੀਦਾ ਔਰ ਇਹਦੇ ਲਈ ਪ੍ਰੇਰਿਤ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਹੁਣ ਜਿਹੜਾ ਵਿਸ਼ਾ ਹੈ ਤੁਹਾਡਾ, ਦੇਖੋ ਜਿਹੜੇ 37 ਵਿਧਾਇਕ ਨੇ, ਇਹ 37 ਵਿਧਾਇਕ ਜੇ ਕੋਈ ਚੰਗੀ ਪਰਫਾਰਮੈਂਸ ਵਾਲੇ ਹੋਣਗੇ ਗਗਨ, ਤੇ ਉਹਨਾਂ ਨੂੰ ਅੱਗੇ ਵੀ ਲਿਆਂਦਾ ਜਾਣਾ, ਜਿਵੇਂ ਮੈਂ ਪਹਿਲਾਂ ਕਿਹਾ ਮੰਤਰੀ ਵੀ ਬਣਾਇਆ ਜਾ ਸਕਦਾ ਉਹਨਾਂ ਨੂੰ ਜੀ। ਪਰ ਮੰਤਰੀ ਮੰਡਲ 'ਚ ਫੇਰ ਬਦਲ ਹੋਊਗਾ, ਇਹ ਸੰਕੇਤ ਆ ਗਏ। ਔਰ ਇਹ ਵੀ ਸੰਕੇਤ ਆ ਗਏ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਮੰਡਲ 'ਚ ਨਹੀਂ ਹੋਊਗਾ। ਇਹ ਸੰਕੇਤ ਮੈਨੂੰ ਆ ਗਏ, ਮੇਰੇ ਜ਼ਿਹਨ ਨੇ ਇਹ ਸੰਕੇਤ ਦਿੱਤੇ। ਔਰ ਕੈਪਟਨ ਅਮਰਿੰਦਰ ਸਿੰਘ, ਦੇਖੋ ਮੈਂ ਟੈਲੀਵਿਜ਼ਨ ਤੇ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਇੱਕ ਚੈਨਲ ਤੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਮੈਂ ਤਾਂ ਪੋਰਟਫੋਲੀਓ ਰੱਖਿਆ ਹੋਇਆ ਸਿੱਧੂ ਲਈ, ਕਹਿੰਦੇ ਅਗਰ ਉਹ ਮੀਟਿੰਗਾਂ ਕਰਨਾ ਚਾਹੁੰਦੇ ਨੇ ਹਾਈ ਕਮਾਂਡ ਨਾਲ ਤੇ ਉਹ ਵਿਚਾਰ ਕਰ ਲੈਣ। ਇਹਦਾ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿਮਾਗੀ ਤੌਰ ਤੇ ਇਸ ਗੱਲ ਲਈ ਤਿਆਰ ਨੇ ਕਿ ਅਗਰ ਨਵਜੋਤ ਸਿੰਘ ਸਿੱਧੂ ਨਹੀਂ ਆਉਂਦਾ ਤੇ ਮੇਰੀ ਅਗਲੀ ਰਣਨੀਤੀ ਕੀ ਹੈ ਜੀ। ਬਿਲਕੁਲ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜੇ ਅੱਗੇ ਵਧੀਏ ਤਾਂ FCI ਦੇ ਨਵੇਂ ਨਿਯਮਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦੇ ਨਾਲ ਕਹਿ ਦਈਏ ਕਿ 19-20 ਦਾ ਅੰਕੜਾ ਚੱਲੀ ਜਾਂਦਾ ਹੈ। ਰਵਨੀਤ ਬਿੱਟੂ ਪਾਰਲੀਮੈਂਟ ਦੇ ਵਿੱਚ ਕਾਫੀ ਭਖੇ ਹੋਏ ਨਜ਼ਰ ਆਏ ਸੀ, ਗਰਮ ਠੰਡੇ ਜਿਹੇ ਬਿਆਨ ਜਿਹੜੇ ਉਹਨਾਂ ਨੇ ਉੱਥੇ ਵੀ ਦਿੱਤੇ ਨੇ। ਕਿੱਦਾਂ ਵੇਖ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਫ਼ ਤੌਰ ਦੇ ਉੱਤੇ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ, ਉਸ ਦਾ ਵੀ ਜ਼ਿਕਰ ਜ਼ਰੂਰ ਕਰਾਂਗੇ ਵਿੱਚ। ਦੇਖੋ ਮੈਂ ਦੋ ਗੱਲਾਂ ਕਰੂੰਗਾ ਜਿਹੜੀ ਤੁਸੀਂ ਚਿੱਠੀ ਦੀ ਗੱਲ ਕੀਤੀ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਕਿਸਾਨਾਂ ਦੇ ਖਾਤੇ 'ਚ ਪੈਸੇ ਸਿੱਧੇ ਜਾਣੇ ਚਾਹੀਦੇ ਨੇ। ਔਰ ਭਾਰਤ ਸਰਕਾਰ ਜਾਂ FCI ਨੇ ਅਗਰ ਇਹ ਫੈਸਲਾ ਕੀਤਾ ਕਿ ਅਸੀਂ ਫਸਲ ਖਰੀਦ ਦਾ ਮੁੱਲ ਹੈ ਕਿਸਾਨਾਂ ਦੇ ਖਾਤੇ 'ਚ ਪਾਵਾਂਗੇ, ਉਹ ਚੰਗੀ ਗੱਲ ਹੈ। ਦੂਸਰੀ ਗੱਲ, ਜਿਹੜਾ ਰੇੜਕਾ ਹੈ ਉਹ ਰੇੜਕਾ ਖਤਮ ਕਰਨ ਦੀ ਮੰਗ ਹੋਣੀ ਚਾਹੀਦੀ ਹੈ। ਸਾਡੀ ਮੰਗ ਸਰਕਾਰ ਤੋਂ ਇਹ ਹੋਣੀ ਚਾਹੀਦੀ ਹੈ ਕਿ ਸਰਕਾਰ ਕੋਈ ਨਾ ਕੋਈ ਫਾਰਮੂਲਾ ਕੱਢੇ। ਜਿਹੜੇ ਸਾਡੇ ਕਿਸਾਨ NRI ਨੇ, ਬਾਹਰ ਬੈਠੇ ਨੇ, ਜਿਨ੍ਹਾਂ ਦੇ ਨਾਂ ਤੇ ਜ਼ਮੀਨਾਂ ਨੇ, ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਅੱਗੇ ਠੇਕੇ ਤੇ ਦਿੱਤੀਆਂ ਨੇ, ਉਹਨਾਂ ਦੇ ਖਾਤੇ 'ਚ ਪੈਸਾ ਜਾ ਨਹੀਂ ਸਕਦਾ। ਸੋ ਜਿਨ੍ਹਾਂ ਨੂੰ ਜ਼ਮੀਨਾਂ ਠੇਕੇ ਤੇ ਦਿੱਤੀਆਂ ਨੇ, ਪੈਸਾ ਉਹਨਾਂ ਦੇ ਖਾਤਿਆਂ 'ਚ ਕਿਵੇਂ ਜਾਵੇ, ਇਹਦਾ ਹੱਲ ਸਰਕਾਰ ਕੱਢੇ। ਸਰਕਾਰ ਨੂੰ ਇਹ ਕਹਿ ਦੇਣਾ ਕਿ ਅਸੀਂ ਇਹਦਾ ਵਿਰੋਧ ਕਰਦੇ ਹਾਂ ਸਬਸਿਡੀ ਦਾ, ਇਹ ਸਬਸਿਡੀ ਕਿਸਾਨਾਂ ਦੇ ਖਾਤੇ 'ਚ ਨਹੀਂ ਆਉਣੀ ਚਾਹੀਦੀ, ਇਹਦਾ ਮੈਂ ਵਿਰੋਧੀ ਹਾਂ। ਦੇਖੋ ਜਦੋਂ ਸਰਕਾਰ ਦੇ ਰਹੀ ਹੈ 2-2 ਹਜ਼ਾਰ ਰੁਪਇਆ ਹਰ 4 ਮਹੀਨੇ ਬਾਅਦ ਗਗਨ, ਤੇ ਕਿੰਨੇ ਦੇ ਰਹੀ ਹੈ ਸਰਕਾਰ? 6000 ਰੁਪਇਆ ਸਾਲ ਦਾ, 6000, 2000 ਰੁਪਇਆ ਹਰ 4 ਮਹੀਨੇ 'ਚ ਜਦੋਂ ਉਹ ਦੇ ਰਹੀ ਹੈ, ਉਹ ਵੀ ਤਾਂ ਸਿੱਧਾ ਖਾਤਿਆਂ 'ਚ ਆਉਂਦਾ ਨਾ। ਔਰ ਸਿੱਧਾ ਖਾਤਿਆਂ 'ਚ, ਹੁਣ ਮੁਲਾਜ਼ਮਾਂ ਦੀ ਤਨਖਾਹ ਨਹੀਂ ਖਾਤਿਆਂ 'ਚ ਆਉਂਦੀ, ਮੈਨੂੰ ਦੱਸੋ ਜੀ। ਸਾਰੇ ਚੈੱਕ ਕਰਦੇ ਆ ਨਾ, 31 ਦੀ ਰਾਤ ਨੂੰ ਹੀ ਦੇਖਣ ਲੱਗ ਜਾਂਦੇ ਵੀ ਆ ਗਈ ਤਨਖਾਹ, ਸਵੇਰ ਦੀ ਦੇਖ ਲੈਂਦੇ ਆ, ਫਿਰ ਨਹੀਂ ਤਾਂ 1 ਦੀ ਸਵੇਰ ਨੂੰ ਦੇਖ ਲੈਂਦੇ। ਕਿਸਾਨ ਨੂੰ ਖਾਤਿਆਂ 'ਚ ਪੈਸੇ ਕਿਉਂ ਨਾ ਆਉਣ? ਸਰਕਾਰਾਂ ਕਿਉਂ ਵਿਰੋਧ ਕਰਨ? ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ, ਕਹਿੰਦੇ ਸਖਤ ਵਿਰੋਧ ਕੀਤਾ ਵੀ ਖਾਤੇ 'ਚ ਸਿੱਧੀ ਸਬਸਿਡੀ ਨਾ ਆਵੇ। ਹੁਣ ਕੈਪਟਨ ਅਮਰਿੰਦਰ ਕਹਿੰਦੇ ਵੀ 1 ਸਾਲ ਨਾ ਆਵੇ ਕਿਉਂਕਿ ਤਦ ਤੱਕ ਚੋਣਾਂ ਆ ਜਾਣੀਆਂ ਨੇ। ਕੈਪਟਨ ਸਾਹਿਬ ਕਹਿੰਦੇ ਵੀ ਚਲੋ 1 ਸਾਲ ਆਪਾਂ ਕੱਢੀਏ, ਆਪਣੀ ਸਰਕਾਰ ਬਣਾਈਏ, ਬਾਅਦ ਦੇ ਵਿੱਚ ਨਿਬੜਾਂਗੇ। ਪਰ ਇਹਦਾ ਹੱਲ ਜਿੰਨੀ ਜਲਦੀ ਹੋ ਸਕੇ ਸਰਕਾਰ ਨੂੰ ਕੱਢਣਾ ਚਾਹੀਦਾ। ਇਹ ਮੰਗ ਕਰ ਲਈਏ ਤਾਂ ਜ਼ਿਆਦਾ ਵਧੀਆ ਕਿ ਕੇਂਦਰ ਸਰਕਾਰ ਇਹਦਾ ਹੱਲ ਕੱਢੇ। ਅਗਰ ਜ਼ਮੀਨਾਂ ਠੇਕੇ ਤੇ ਨੇ ਤੇ ਕੋਈ ਪ੍ਰਬੰਧ ਬਣਾਵੇ ਕਿ ਜਿਹੜਾ ਖੇਤੀ ਕਰਦਾ ਹੈ ਉਹਦੇ ਖਾਤੇ 'ਚ ਪੈਸੇ ਪਾਓ, ਜਿਹੜਾ ਫਸਲ ਬੀਜ ਰਿਹਾ, ਵੇਚ ਰਿਹਾ, ਜਿਹਦੇ ਨਾਲ ਵੀ ਫਸਲ ਵੇਚਣ ਦਾ ਸੌਦਾ ਹੁੰਦਾ, ਉਹਦੇ ਖਾਤੇ 'ਚ ਪੈਸੇ ਪਾ ਦੇ, ਸਰਕਾਰ ਸਿੱਧੀ ਅਦਾਇਗੀ ਕਰ ਦੇ। ਸੋ ਇਸ ਪਾਸੇ ਜ਼ੋਰ ਜ਼ਿਆਦਾ ਦੇਣਾ ਚਾਹੀਦਾ। ਬਾਕੀ ਜਿਹੜੇ ਆੜ੍ਹਤੀਏ ਭਰਾ ਨੇ ਸਾਡੇ, ਮੈਂ ਦੇਖਦਾ ਉਹ ਵੀ ਇਹਦਾ ਬਹੁਤ ਵਿਰੋਧ ਕਰਦੇ ਨੇ। ਦੇਖੋ ਉਹਨਾਂ ਦੀ ਕਮਿਸ਼ਨ ਤਾਂ ਉਹਨਾਂ ਦੇ ਖਾਤਿਆਂ 'ਚ ਆ ਜਾਣੀ। ਮੈਂ ਗਗਨ ਮੰਡੀ 'ਚ ਜਦੋਂ ਜਾਂਦਾ ਨਾ, ਮੈਂ ਬੜੀ ਸਧਾਰਨ ਜੀ ਗੱਲ ਕਰਦਾ, ਮੈਂ ਕਿਸੇ ਦਾ ਵਿਰੋਧੀ ਨਹੀਂ। ਮੈਂ ਜਦੋਂ ਮੰਡੀ 'ਚ ਜਾਂਦਾ ਨਾ, ਮੈਂ ਮੰਡੀ 'ਚ ਦੇਖਦਾ ਕਮਿਸ਼ਨ ਏਜੰਟਾਂ ਦੀਆਂ ਦੁਕਾਨਾਂ ਹੈ ਜੀ, ਹਰ ਦੁਕਾਨ ਮੂਹਰੇ ਐਡੇ ਚੌੜੇ ਟਾਇਰਾਂ ਵਾਲੀ ਗੱਡੀ ਖੜੀ ਹੁੰਦੀ ਜੀ। ਉੱਚੀਆਂ ਗੱਡੀਆਂ ਟਰੱਕਾਂ ਵਰਗੀਆਂ ਖੜੀਆਂ ਹੁੰਦੀਆਂ। ਤੁਸੀਂ ਦੱਸੋ ਕਿੰਨੇ ਕੁ ਕਿਸਾਨਾਂ ਦੇ ਖੜੀਆਂ ਜੀ? ਟਰੈਕਟਰ ਵੀ ਕਿਸ਼ਤਾਂ ਤੇ ਹੈ ਜੀ। ਤੁਸੀਂ ਦੱਸੋ, ਮੈਂ ਫਿਰ ਉਹੀ ਕਹਿੰਦਾ ਹੁੰਦਾ ਵੀ ਕਿਸਾਨ ਸਿਰਫ ਵੋਟਾਂ ਪਾਉਣ ਲਈ ਥੋੜ੍ਹੀ ਪੈਦਾ ਹੋਇਆ ਵੀ ਇੱਕ ਸਾਰਿਆਂ ਲਈ ਅਨਾਜ ਪੈਦਾ ਕਰੇ ਤੇ ਇੱਕ ਕਿਸਾਨ ਸਾਨੂੰ ਵੋਟ ਪਾਇਆ ਕਰੇ। ਕਿਸਾਨ ਇਸ ਕੰਮ ਲਈ ਥੋੜ੍ਹੀ ਪੈਦਾ ਹੋਇਆ ਦੁਨੀਆ ਤੇ, ਉਹ ਢਿੱਡ ਭਰਦਾ ਸਾਰਿਆਂ ਦਾ, ਰੱਬੀ ਦਰਜਾ ਕਿਸਾਨ ਦਾ। ਅਸੀਂ ਕਿਸਾਨ ਦੇ ਹੱਕ 'ਚ ਰੁਕਾਵਟ ਨਾ ਬਣੀਏ।
ਸੋ ਮੈਂ ਜਿੰਨੇ ਕਮਿਸ਼ਨ ਏਜੰਟ ਨੇ ਭਾਵੇਂ ਇਹ ਮੀਟਿੰਗਾਂ ਕਰਨ, ਠੀਕ ਹੈ, ਜਾਂ ਤਾਂ ਇਹ ਹੋਵੇ ਨਾ ਵੀ ਸਰਕਾਰ ਤੁਹਾਨੂੰ ਤੁਹਾਡੀ ਕਮਿਸ਼ਨ ਦੇਣ ਤੋਂ ਮੁੱਕਰ ਗਈ ਹੋਵੇ ਜੀ, ਸਰਕਾਰ ਕਹਿੰਦੀ ਤੁਹਾਡੀ ਕਮਿਸ਼ਨ ਵੀ ਤੁਹਾਡੇ ਖਾਤਿਆਂ 'ਚ ਆਊਗੀ, ਦੱਸੋ ਇਹਦੇ 'ਚ ਕੀ ਦਿੱਕਤ ਹੈ ਜੀ। ਇਸ ਬਾਰੇ ਵੀ ਆੜ੍ਹਤੀਆਂ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਮਸਲੇ ਦਾ ਹੱਲ ਕੀ ਕੱਢਿਆ ਜਾਵੇ। ਇਹ ਕਹਿ ਦਈਏ, ਅਗਰ ਜਿਹੜੇ ਪੰਜਾਬ ਦੇ ਆੜ੍ਹਤੀ ਐਸੋਸੀਏਸ਼ਨ ਵਾਲੇ ਨੇ ਉਹ ਇਹ ਕਹਿੰਦੇ ਨੇ ਵੀ ਇਹ ਫੈਸਲਾ ਹੀ ਰੱਦ ਕਰ ਦਿੱਤਾ ਜਾਵੇ, ਮੈਂ ਇਹਦੇ ਹੱਕ 'ਚ ਨਹੀਂ। ਕਿਸਾਨਾਂ ਨੂੰ ਵੀ ਹੱਕ ਹੈ ਸਿੱਧਾ ਉਹਨਾਂ ਦੇ ਖਾਤਿਆਂ 'ਚ ਪੈਸਾ ਆਵੇ, ਕਿਸਾਨਾਂ ਨੂੰ ਕਿਉਂ ਨਾ ਆਵੇ ਜੀ, ਹੈ ਗਗਨ, ਬਿਲਕੁਲ ਆਉਣਾ ਚਾਹੀਦਾ। ਹਾਂ, ਜਿਹੜੀ ਸਮੱਸਿਆ ਉਹਦਾ ਹੱਲ ਨਿਕਲੇ, ਸਮੱਸਿਆ ਦਾ ਹੱਲ ਨਿਕਲਣਾ ਚਾਹੀਦਾ। ਅਗਰ ਘਰ ਦਾ ਪਾਣੀ ਛੱਤ ਦਾ ਬਾਹਰ ਨਹੀਂ ਜਾਂਦਾ ਤੇ ਆਪਾਂ ਪ੍ਰਣਾਲਾ ਬਦਲ ਸਕਦੇ ਹਾਂ। ਇਹ ਨਹੀਂ ਇਹਦਾ ਮਤਲਬ ਹੈਗਾ ਦੂਸਰਾ ਬੰਦਾ ਕਵੇ ਵੀ ਮੇਰੇ ਤੇ ਥੱਲੇ ਛੱਟੇ ਪੈਂਦੇ ਆ ਜੀ, ਪ੍ਰਣਾਲਾ ਬੰਦ ਕਰੋ। ਇਹ ਨਹੀਂ ਹੋ ਸਕਦਾ, ਇਹ ਹੋਣਾ ਵੀ ਨਹੀਂ ਚਾਹੀਦਾ। ਸੋ ਇਹਦਾ ਹੱਲ ਨਿਕਲਣਾ ਚਾਹੀਦਾ। ਆੜ੍ਹਤੀਆਂ ਨੂੰ ਅਗਰ ਕੋਈ ਦਿੱਕਤ ਹੈ, ਕਿਸਾਨ, ਆੜ੍ਹਤੀਏ, ਸਰਕਾਰ ਆਪਸ 'ਚ ਬੈਠ ਕੇ ਇਸ ਪ੍ਰਬੰਧ ਨੂੰ ਸੁਧਾਰਨ। ਅਗਰ ਖੇਤੀ ਬਿੱਲਾਂ 'ਚ ਸੋਧ ਕਰਨ ਲਈ ਬੀਜੇਪੀ ਦੀ ਸਰਕਾਰ ਤਿਆਰ ਕਰ ਲਈ ਸੀ ਕਿਸਾਨਾਂ ਨੇ, ਤੇ ਇਸ ਕੰਮ 'ਚ ਸੋਧ ਕਰਨ ਲਈ ਵੀ ਸਰਕਾਰ ਤਿਆਰ ਹੋ ਜੂਗੀ ਜੀ। ਦੇਖੋ, ਇੱਥੇ ਇੱਕ ਹੋਰ ਗੱਲ ਵੀ ਆ ਗਈ। 31 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ ਪੰਜਾਬ 'ਚ। ਸੋ ਉਹਦੇ ਵਿੱਚ 30 ਮਾਰਚ ਨੂੰ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵੀ ਸੱਦੀ ਗਈ ਹੈ। ਸੋ 5 ਅਪ੍ਰੈਲ ਨੂੰ ਵੀ ਕਹਿੰਦੇ ਸੂਬੇ ਭਰ ਦੇ ਆੜ੍ਹਤੀਏ ਜਿਹੜੇ ਉਹਨਾਂ ਦਾ ਸੰਮੇਲਨ ਵੀ ਹੈ ਮੋਗੇ 'ਚ, ਬਾਘਾ ਪੁਰਾਣਾ 'ਚ। ਸੋ ਜ਼ਰੂਰ ਆੜ੍ਹਤੀਆਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਮੈਂ ਉਹਨਾਂ ਦਾ ਸਾਰੀਆਂ ਦਾ ਸਮਰਥਨ ਕਰੂੰਗਾ ਗਗਨ। ਆੜ੍ਹਤੀਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੀਟਿੰਗਾਂ ਕਰਕੇ ਕੋਈ ਯੋਗ ਸੁਝਾਅ ਸਰਕਾਰ ਨੂੰ ਦੇਣਾ ਚਾਹੀਦਾ। ਆੜ੍ਹਤੀਏ ਹੱਲ ਸੁਝਾਉਣ ਵੀ ਆਪਾਂ ਹੱਲ ਕਰੀਏ ਜੀ, ਕਿਸਾਨਾਂ ਦੇ ਖਾਤਿਆਂ 'ਚ ਵੀ ਪੈਸਾ ਆ ਜੇ ਤੇ ਸਾਡਾ ਵੀ ਕਮਿਸ਼ਨ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਸਾਨੂੰ ਮਿਲ ਜੇ ਤੇ ਕਿਸਾਨ ਵੀ ਤਰੱਕੀ ਕਰਨ ਤੇ ਅਸੀਂ ਵੀ ਤਰੱਕੀ ਕਰੀਏ, ਹੈ ਗਗਨ। ਬਿਲਕੁਲ। ਸੋ ਇਸ ਕਰਕੇ ਦੇਖੋ, ਸੰਤੁਲਨ ਹਰ ਚੀਜ਼ 'ਚ ਹੋਣਾ ਚਾਹੀਦਾ, ਸਿਆਸਤ 'ਚ ਵੀ ਹੋਣਾ ਚਾਹੀਦਾ, ਵਪਾਰ 'ਚ ਵੀ, ਖੇਤੀ 'ਚ ਵੀ ਸੰਤੁਲਨ ਹੋਣਾ ਚਾਹੀਦਾ। ਅੱਖਾਂ ਬੰਦ ਕਰਕੇ ਸਰਕਾਰ ਦੀ ਹਰ ਨੀਤੀ ਦਾ ਵਿਰੋਧ ਕਰਨਾ ਵੀ ਜਾਇਜ਼ ਨਹੀਂ ਹੈ ਗਗਨ। ਮੈਂ ਮੈਰਿਟ ਦੇ ਆਧਾਰ ਦੇ ਉੱਤੇ ਗੱਲ ਕਰਨ ਨੂੰ ਪਸੰਦ ਕਰਦਾ। ਕੋਈ ਵੀ ਕਿਸਾਨ ਹੈ ਜਿਹੜਾ ਗਗਨ, ਕਿਸਾਨ ਦੇ ਖਾਤੇ 'ਚ ਪੈਸਾ ਕਿਉਂ ਨਾ ਆਵੇ ਸਿੱਧਾ, ਸਵਾਲ ਇਹ ਹੈ। ਸਾਡੇ ਸਾਰਿਆਂ ਦੇ ਖਾਤੇ 'ਚ ਪੈਸੇ ਆਉਣ, ਅਸੀਂ ਬੜੇ ਖੁਸ਼ ਹਾਂ ਵੀ ਸਾਨੂੰ ਪੈਸਾ ਸਿੱਧਾ ਦਿਓ ਜੀ, ਪਰ ਕਿਸਾਨ ਨੂੰ ਨਾ ਆਵੇ ਸਿੱਧਾ ਖਾਤੇ 'ਚ ਪੈਸਾ। ਕੋਈ ਰੁਕਾਵਟ ਹੈ, ਉਹ ਰੁਕਾਵਟ ਦੂਰ ਕੀਤੀ ਜਾਵੇ, ਉਹਦਾ ਪ੍ਰਬੰਧ ਠੀਕ ਕੀਤਾ ਜਾਵੇ, ਬਸ ਇਹ ਗੱਲ ਹੋਣੀ ਚਾਹੀਦੀ ਹੈ। ਸੋ ਰਵਨੀਤ ਬਿੱਟੂ ਨੇ ਵੀ ਪਾਰਲੀਮੈਂਟ ਦੇ ਵਿੱਚ ਜੋ ਕੁਝ ਆਪਣੀਆਂ ਗੱਲਾਂ ਰੱਖੀਆਂ ਨੇ ਉਹ ਵੀ ਤੁਹਾਨੂੰ ਸੁਣਾ ਦਈਏ ਕਿ ਆਖਰਕਾਰ ਰਵਨੀਤ ਬਿੱਟੂ ਦਾ ਪੱਖ ਕੀ ਸੀ ਸਰਕਾਰ ਵਾਲੇ ਪੱਖ ਤੋਂ। ਪੰਜਾਬ ਦਾ ਕਿਸਾਨ ਤੁਸੀਂ ਅੱਜ ਸਾਰਾ ਐਨਆਰਆਈ ਆ, ਸਰ ਇੱਕ ਮਿੰਟ, ਐਨਆਰਆਈ ਆ, ਕੋਈ ਜੌਬ ਕਰਦਾ, ਕੋਈ ਠੇਕੇ ਤੇ ਦਿੱਤੀ ਆ, ਤੇ ਉਹਦੀ ਜਦੋਂ ਤੁਸੀਂ ਜੇ ਫਾਰਮਾ ਉਹਦੇ ਨਾਂ ਤੇ ਹੁੰਦਾ ਜਿਹਦੇ ਜ਼ਮੀਨ ਬਾਹਰ ਆ, ਜਿਹੜੇ ਟੇਲਰ ਆ, ਤੇ ਉਦੋਂ ਬਾਅਦ ਜਿਹੜਾ ਮਾਲਕ ਆ ਉਹਨੂੰ ਤਾਂ ਤੁਸੀਂ ਰੈਂਟ ਦੋਗੇ, ਰੈਂਟ ਤੇ 30% ਟੈਕਸ ਲੱਗੇਗਾ, ਜੀਐਸਟੀ ਲੱਗੇਗਾ। 100 ਚੋਂ 30 ਰੁਪਏ ਕਿਸਾਨ ਦੇ ਤੁਸੀਂ ਉਈਓ ਖੋਲੋਗੇ। ਤੇ ਜੇ ਅਸੀਂ 3 ਬਿੱਲ ਨਹੀਂ ਮੰਨੇ, ਇਹਦਾ ਮਤਲਬ ਤੁਸੀਂ ਸਾਡੇ ਨਾਲ ਪ੍ਰੋਕਿਉਰਮੈਂਟ 'ਚ ਬਦਲਾ ਲਓਗੇ, ਸਾਡੀ ਖਰੀਦ ਨਹੀਂ ਕਰਨ ਦੋਗੇ, ਸਾਡੀ ਵਿਸਾਖੀ ਦਾ ਤਿਉਹਾਰ ਸਾਡੇ ਤੋਂ ਖੋਲੋਗੇ। ਸਾਰੇ ਬਰਦਾਸ਼ਤ ਨਹੀਂ ਹੋਣਾ। ਟਿਡਲਾ ਸਾਹਿਬ, ਉਧਰ ਵਿਕਰਮ ਮਜੀਠੀਆ ਹੋਣਾ ਦਾ ਵੀ ਬਿਆਨ ਆਇਆ। ਵਿਕਰਮ ਮਜੀਠੀਆ ਕਹਿੰਦੇ ਕਿ ਕਾਰਪੋਰੇਟ ਕਮੇਟੀ ਹੈ ਕਾਂਗਰਸ ਪੰਜਾਬ, ਕਿੱਦਾਂ ਵੇਖ ਰਹੇ ਹੋ? ਦੇਖੋ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਨਾ, ਉਦੋਂ ਕਾਂਗਰਸੀ ਕਹਿੰਦੇ ਹੁੰਦੇ ਸੀ ਵੀ ਅਕਾਲੀ ਦਲ ਹੈ ਜਿਹੜਾ ਇਹ ਪ੍ਰਾਈਵੇਟ ਕੰਪਨੀ ਬਣ ਗਿਆ ਜੀ, ਇਹ ਕਾਰਪੋਰੇਟ ਘਰਾਣਾ ਬਣ ਗਿਆ। ਹੁਣ ਵਿਕਰਮ ਮਜੀਠੀਆ ਵੀ ਕਾਂਗਰਸ ਨੂੰ ਕਹਿ ਰਹੇ ਨੇ ਕਿ ਇਹ ਕਾਰਪੋਰੇਟ ਕਮੇਟੀ ਬਣ ਗਈ, ਕਾਰਪੋਰੇਟ ਅਦਾਰਾ ਬਣ ਗਿਆ। ਉਹ ਕਿਉਂ ਕਹਿ ਰਹੇ ਨੇ? ਉਹ ਇਸ ਕਰਕੇ ਕਹਿ ਰਹੇ ਨੇ ਵੀ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀ ਮੀਟਿੰਗ ਕੀਤੀ ਹੈ, ਵਿਕਰਮ ਮਜੀਠੀਆ ਕਹਿੰਦੇ ਕਿ ਕਾਂਗਰਸ ਦਾ ਸੂਬੇ ਦਾ ਪ੍ਰਧਾਨ ਮੀਟਿੰਗਾਂ ਕਰੇ ਜੀ। ਉਹ ਕਹਿੰਦੇ ਸੁਨੀਲ ਜਾਖੜ ਨੂੰ ਤਾਂ ਅਸਤੀਫਾ ਦੇ ਦੇਣਾ ਚਾਹੀਦਾ। ਵਿਕਰਮ ਮਜੀਠੀਆ ਕਹਿੰਦੇ ਸੁਨੀਲ ਜਾਖੜ ਨੂੰ ਤਾਂ ਅਸਤੀਫਾ ਹੀ ਦੇ ਦੇਣਾ ਚਾਹੀਦਾ। ਜਿਹੜਾ ਕੰਮ ਪ੍ਰਧਾਨ ਦਾ ਹੋਣਾ ਚਾਹੀਦਾ ਸੀ ਸੂਬੇ ਦਾ, ਉਹ ਕੰਮ ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਕਰ ਰਹੇ ਨੇ। ਸੋ ਵਿਕਰਮ ਮਜੀਠੀ ਨੇ ਇਹ ਜਿਹੜਾ ਸਿਆਸੀ ਵਾਰ ਹੈ ਜਿਹੜਾ ਇਹ ਕੀਤਾ, ਔਰ ਇਹ ਜਿਹੜਾ ਮਸਲਾ ਹੈ ਗਗਨ, ਮੈਨੂੰ ਲੱਗਦਾ ਇਹ ਸਿਆਸੀ ਤੌਰ ਦੇ ਉੱਤੇ ਹੋਰ ਕਾਫੀ ਜ਼ਿਆਦਾ ਪੰਜਾਬ 'ਚ ਗਰਮੀ ਫੜੂਗਾ। ਇਹ ਮੁੱਦਾ ਇੱਕ ਸਿਆਸੀ ਬਣੂਗਾ। ਤੁਸੀਂ ਪੋਲੀਟੀਕਲ ਬਿਆਨ ਨੇ ਜਿਹੜੇ ਵੱਖ-ਵੱਖ ਅਗਰ ਤੁਹਾਡੇ ਕੋਲੇ ਆਏ ਨੇ ਅੱਜ ਇਹਦੇ ਸੰਬੰਧ ਨਾਲ ਜੁੜੇ ਹੋਏ, ਉਹ ਵੀ ਤੁਸੀਂ ਜ਼ਰੂਰ ਵਿਖਾਈਓ। ਪਰ ਇਹ ਮਸਲਾ ਜਿਹੜਾ ਇਹ ਕਾਫੀ ਜ਼ਿਆਦਾ ਸਰਗਰਮ ਹੋਣ ਵਾਲਾ ਗਗਨ ਆਉਣ ਵਾਲੇ ਦਿਨਾਂ 'ਚ। ਜੀ ਬਿਲਕੁਲ। ਸੋ ਖਾਸ ਮਸਲੇ ਜੋ ਅੱਜ ਦੇ ਸੀ ਉਹ ਤੁਹਾਡੇ ਨਾਲ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਕੱਪੜ ਛਾਣ ਕੀਤਾ ਹੈ। ਤੇ ਉਧਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ 26 ਮਾਰਚ ਦੇ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੂਰੇ ਮੁਲਕ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਣਾ ਚਾਹੀਦਾ। ਸਵੇਰੇ 6 ਤੋਂ ਸ਼ਾਮ ਦੇ 6 ਵਜੇ ਤੱਕ ਦਾ ਜਿਹੜਾ ਇਹ ਬੰਦ ਹੈ। ਕੱਲ ਤੋਂ ਇਸ ਬੰਦ ਨੂੰ ਪ੍ਰਭਾਵ ਦੇ ਵਿੱਚ ਜਿਹੜਾ ਕੱਲ ਨੂੰ ਸਵੇਰੇ 6 ਵਜੇ ਲਿਆਂਦਾ ਜਾਣਾ ਹੈ। ਸੋ ਵੇਖਦੇ ਹਾਂ ਕਿ ਇਸ ਨੂੰ ਕਿਹੋ ਜਿਹਾ ਜਿਹੜਾ ਹੁਲਾਰਾ ਮਿਲਦਾ ਹੈ ਤੇ ਕਿਹੋ ਜਿਹਾ ਕਿਸਾਨ ਹੁਣ ਦੁਬਾਰਾ
ਸੰਘਰਸ਼ ਨੂੰ ਕਾਮਯਾਬ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਕਿ ਨਹੀਂ, ਇਹ ਕੱਲ ਦਾ ਬੰਦ ਜਿਹੜਾ ਸਾਫ਼ ਕਰ ਦੇਗਾ। ਸੋ ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਅੱਜ ਅਕਾਲ ਤਖਤ ਸਾਹਿਬ ਤੇ ਸਥਿਤ ਗੁਰਦੁਆਰਾ ਸਾਹਿਬ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੇ ਇਸ ਗੁਰੂ ਘਰ ਵਿੱਚ ਅਰਦਾਸ ਕੀਤੀ ਗਈ ਹੈ ਔਰ ਬਹੁਤ ਸਾਰੀਆਂ ਜਥੇਬੰਦੀਆਂ, ਉਸ ਦੇ ਨਵਰੀਤ ਦੇ ਦਾਦਾ ਜੀ ਹਰਦੀਪ ਸਿੰਘ ਜੀ ਡਿਬਡਿਬਾ ਸਮੇਤ ਜਿਹੜੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਸ਼ਹੀਦ ਹੋਏ ਨੇ ਜਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਸ ਕਿਸਾਨ ਅੰਦੋਲਨ ਦੇ ਲੇਖੇ ਲਾਈ ਆ, ਉਹਨਾਂ ਵਾਸਤੇ ਵੀ ਸਮੂਹਕ ਅਰਦਾਸ ਕੀਤੀ ਗਈ ਆ। ਮੈਂ ਧੰਨਵਾਦ ਕਰ ਸਕਦਾ ਵਾਂ ਭਾਈ ਕੰਵਰਪਾਲ ਸਿੰਘ ਜੀ ਦਲ ਖਾਲਸਾ ਵਾਲੇ, ਜਿਨ੍ਹਾਂ ਨੇ ਇਸ ਦਾ ਆਯੋਜਨ ਕੀਤਾ ਅਤੇ ਹੋਰ ਉਹਨਾਂ ਦੇ ਜਿਹੜੇ ਸਹਿਯੋਗੀ ਨੇ, ਉਹਨਾਂ ਨੇ ਇਸ ਉਹਨਾਂ ਦੀ ਸ਼ਹਾਦਤ ਦਾ ਜੋ ਅਰਦਾਸ ਕੀਤੀ, ਮੈਂ ਉਹਨਾਂ ਦਾ ਰਿਣੀ ਤੇ ਸ਼ੁਕਰੀਆ ਅਦਾ ਕਰਦਾ ਸਾਰਿਆਂ ਵੱਲੋਂ। ਦੇਖੋ ਜੀ, ਅਸੀਂ ਜਿਹੜੇ ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਮਿਸਟਰ ਮੀਨਾ, ਉਹਨਾਂ ਕੋਲੇ ਇੱਕ ਡੈਲੀਗੇਸ਼ਨ ਲੈ ਕੇ ਮਿਲੇ ਸੀ, ਜਿਹਦੇ 'ਚ ਮੇਰੇ ਨਾਲ ਗੜ੍ਹ ਸ਼ੰਕਰ ਤੋਂ ਮਾਣਯੋਗ ਵਿਧਾਇਕ ਜੈ ਸਿੰਘ ਜੀ ਰੌੜੀ ਸਾਹਿਬ, ਤੇ ਰੋਪੜ ਤੋਂ ਵਿਧਾਇਕ ਸਰਦਾਰ ਅਮਰਜੀਤ ਸਿੰਘ ਜੀ ਸੰਦੋਆ ਸਾਹਿਬ, ਅਸੀਂ ਉੱਥੇ ਗਏ ਸੀ ਔਰ ਉੱਥੇ ਮੰਗ ਕੀਤੀ ਆ ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਕਿ ਪੰਜਾਬ, ਰਾਜਸਥਾਨ ਦੇ 1 ਕਰੋੜ ਲੋਕਾਂ ਨੂੰ ਬੁੱਢੇ ਨਾਲੇ ਦੇ ਕਰਕੇ ਕੈਂਸਰ ਹੋ ਰਿਹਾ, ਕਾਲਾ ਪੀਲੀਆ ਹੋ ਰਿਹਾ, ਤੇ ਅਸੀਂ ਲੜਾਈ ਲੜ ਰਹੇ ਹਾਂ ਕਿ ਇਹ ਬੰਦ ਕਰੋ ਜਿਹੜਾ ਦਰਿਆ ਨੂੰ ਪਲੀਤ ਕਰਨਾ, ਦਰਿਆ ਦੇ ਵਿੱਚ ਜ਼ਹਿਰਾਂ ਪਾਉਣੀਆਂ, ਔਰ ਸਾਰਾ ਪੰਜਾਬ, ਸਾਰੇ ਰਾਜਸਥਾਨ ਦੇ ਲੋਕ ਇਹ ਮੰਗ ਕਰ ਰਹੇ ਆ। ਉਹ ਠੀਕ ਕਰਨ ਦੀ ਬਜਾਏ ਪੰਜਾਬ ਸਰਕਾਰ ਸ਼ਾਹਕੋਟ ਜਿਹੜਾ ਸ਼ਹਿਰ ਹੈ ਉਹਦਾ ਜਿਹੜਾ ਸੀਵਰੇਜ ਹੈ ਉਹ ਸਤਲੁਜ ਦੇ ਵਿੱਚ ਪਾਉਣ ਦੀ ਤਿਆਰੀ ਕਰ ਰਹੀ ਹੈ। ਉੱਥੇ ਲਾਈਨ ਪੈ ਗਈ ਹੈ 8.5 ਕਿਲੋਮੀਟਰ। ਮਤਲਬ ਇਹ ਅਨਿਆਏ ਹੋ ਰਿਹਾ, ਅਧਰਮ ਹੋ ਰਿਹਾ, ਔਰ ਬੜੀ ਬੇਸ਼ਰਮੀ ਦੇ ਨਾਲ ਇਹ ਜਿਹੜਾ ਅਧਰਮ ਹੋ ਰਿਹਾ, ਕਿਉਂਕਿ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ 1 ਚਮਚਾ ਵੀ ਤੁਸੀਂ ਮਤਲਬ ਕਿਸੇ ਵੀ ਚੀਜ਼ ਦਾ ਨਹੀਂ ਪਾ ਸਕਦੇ, ਇਹ ਗੈਰ ਕਾਨੂੰਨੀ ਹੈ। ਸੋ ਅਸੀਂ ਇਹ ਮੰਗ ਲੈ ਕੇ ਚੇਅਰਮੈਨ ਸਾਹਿਬ ਨੂੰ ਮਿਲੇ ਸੀ ਔਰ ਉਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ। ਅੱਜ ਸ਼ਹੀਦ ਨਵਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਸੀ, ਜਿਹਦੇ ਵਿੱਚ तमाम ਸ਼ਹੀਦ ਜਿਹੜੇ ਇਸ ਮੋਰਚੇ ਦੇ ਵਿੱਚ ਹੋਏ ਆ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਔਰ ਜਿਹੜਾ ਮੋਰਚੇ ਦੀ ਕਾਮਯਾਬੀ ਵਾਸਤੇ ਅਰਦਾਸ ਕੀਤੀ ਗਈ ਹੈ। ਇਸ ਵਿੱਚ ਸਭ ਲੋਕ ਸ਼ਾਮਲ ਹੋਏ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਅਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੱਲ੍ਹ ਅਸੀਂ ਮੋਗੇ ਤੋਂ ਸਵੇਰੇ 9 ਵਜੇ ਨੌਜਵਾਨ ਕਿਸਾਨ ਮੋਰਚਾ ਇਕਜੁੱਟਤਾ ਮਾਰਚ ਲੈ ਕੇ ਚੱਲੇ ਹਾਂ। ਇਸ ਮਾਰਚ ਨੇ ਹੀ ਉਹਨਾਂ ਸਾਰੀਆਂ ਸ਼ਹੀਦਾਂ ਨੂੰ ਇਨਸਾਫ ਦਿਵਾਉਣਾ ਜਿਹੜੇ ਇਸ ਮੋਰਚੇ ਦੀ ਕਾਮਯਾਬੀ ਵਾਸਤੇ ਆਪਣੇ ਜੀਵਨ ਬਲੀਦਾਨ ਕਰਕੇ ਗਏ ਨੇ। ਇਸ ਲਈ ਮੇਰੀ ਬੇਨਤੀ ਹੈ ਕਿ ਨੌਜਵਾਨ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲੈਣ ਤਾਂ ਕਿ ਅਸੀਂ ਇਸ ਮੋਰਚੇ ਦੇ ਦੁਸ਼ਮਣਾਂ ਨੂੰ ਇੱਕ ਸੁਨੇਹਾ ਦੇ ਸਕੀਏ ਕਿ ਅੱਜ ਵੀ ਮੋਰਚੇ ਦੇ ਨਾਲ ਸਭ ਲੋਕ ਉਸੇ ਤਰ੍ਹਾਂ ਖੜੇ ਨੇ ਜਿਸ ਤਰ੍ਹਾਂ 26 ਜਨਵਰੀ ਤੋਂ ਪਹਿਲਾਂ ਖੜੇ ਸੀ। ਔਰ ਸਾਡੇ ਆਗੂਆਂ ਨੂੰ ਵੀ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਉਸੇ ਮਜ਼ਬੂਤੀ ਨਾਲ ਖੜੇ ਹੋਵੋ ਜਿਸ ਮਜ਼ਬੂਤੀ ਨਾਲ ਤੁਸੀਂ 26 ਜਨਵਰੀ ਤੋਂ ਪਹਿਲਾਂ ਖੜੇ ਹੋਏ ਸੀ। ਤੁਹਾਡੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਣੀ ਚਾਹੀਦੀ, ਕਿਉਂਕਿ ਅਸੀਂ ਤੁਹਾਡੇ ਨਾਲ ਹਾਂ, ਨੌਜਵਾਨ ਤੁਹਾਡੇ ਨਾਲ ਹੈ, ਕਿਸਾਨ ਤੁਹਾਡੇ ਨਾਲ ਹੈ, ਜਾਗਦੀ ਜ਼ਮੀਰ ਵਾਲਾ ਹਰ ਵਰਗ ਦਾ ਲੋਕ ਤੁਹਾਡੇ ਨਾਲ ਹੈ। ਇਹ ਦੋ ਸੁਨੇਹਾ ਅਸੀਂ ਕੱਲ੍ਹ ਦੇਵਾਂਗੇ ਔਰ ਮੇਰੀ ਬੇਨਤੀ ਹੈ ਕਿ ਕੱਲ੍ਹ ਦੇ ਮਾਰਚ ਵਿੱਚ ਸਭ ਲੋਕ ਵੱਧ ਤੋਂ ਵੱਧ ਜਿਹੜੇ ਹਿੱਸਾ ਲੈਣ। ਅੱਜ ਅਸੀਂ ਪਾਥੀਆਂ ਲੈ ਕੇ ਪਹੁੰਚੇ ਹਾਂ ਕਿਉਂਕਿ ਗੈਸ ਸਿਲੰਡਰ ਮਹਿੰਗਾ ਹੋ ਗਿਆ, ਮਹਿੰਗਾਈ ਦਿਨੋਂ ਦਿਨ ਵਧੀ ਜਾਂਦੀ ਆ ਅਤੇ ਬੇਰੁਜ਼ਗਾਰੀ ਵੀ ਦਿਨੋਂ ਦਿਨ ਵਧੀ ਜਾਂਦੀ ਆ ਅਤੇ ਲੋਕ ਜਿਹੜੇ ਹੈਗੇ ਆ 1000 ਰੁਪਏ ਉਹਨਾਂ ਦੀ ਜੇਬ 'ਚ ਹੁੰਦਾ ਨਹੀਂ, ਰੋਟੀ ਕਾਹਦੇ ਬਣਾਉਣਗੇ। ਅਤੇ ਅੱਗੇ ਜਿਹੜਾ ਪਾਥੀਆਂ ਦਾ ਕਾਰੋਬਾਰ ਆ ਉਹ ਬੜਾ ਲਾਹੇਵੰਦ ਹੋਊਗਾ। ਅਗਰ ਜਿਹੜੇ ਪਾਥੀਆਂ ਨੇ ਅਸੀਂ 3 ਰੁਪਏ ਦੀ ਪਾਥੀ ਵੇਚ ਰਹੇ ਹਾਂ, 10 ਪਾਥੀਆਂ ਲੈਣਗੇ, 1 ਫਰੀ ਵੀ ਦੇਵਾਂਗੇ, ਕਿਉਂਕਿ ਅਸੀਂ ਸਰਕਾਰਾਂ ਵਾਂਗੂ ਅਤਿਆਚਾਰੀ ਨਹੀਂ ਆ। ਅਸੀਂ ਜੇ ਸਾਡਾ ਕੰਮ ਚੱਲ ਪਿਆ ਅਸੀਂ ਟੈਂਪੂ ਮੰਗਾਵਾਂਗੇ ਇੱਥੇ ਡੀਸੀ ਦਫ਼ਤਰ ਪਾਥੀਆਂ ਦੇ। ਜੇ ਸਾਡਾ ਹੋਰ ਕੰਮ ਚੱਲ ਗਿਆ ਅਸੀਂ ਗੋਹਾ ਵੀ ਇੱਥੇ ਮੰਗਾਵਾਂਗੇ, ਪੱਥਾਂਗੇ ਵੀ ਇੱਥੇ ਅਤੇ ਵੇਚਾਂਗੇ ਵੀ ਇੱਥੇ, ਕਿਉਂਕਿ ਸਰਕਾਰਾਂ ਕਹਿੰਦੀਆਂ ਅਸੀਂ ਹਰ ਇੱਕ ਨੌਕਰੀ ਦੇਵਾਂਗੇ ਪਰ ਹਰ ਇੱਕ ਨੌਕਰੀ ਮਿਲੀ ਨਹੀਂ। ਅਸੀਂ ਬੇਨਤੀ ਕਰਦੇ ਹਾਂ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿਓ, ਜੇ ਨੌਕਰੀ ਹਰ ਘਰ ਨਹੀਂ ਦੇ ਸਕਦੇ ਕਰਾਂ। ਹੁਣ ਤਾਂ ਮੁਲਾਜ਼ਮ ਵੀ 50-50 60-60 ਸਾਲ ਦੇ ਹੋ ਗਏ ਕਰਾਂ। ਮੈਂ ਤਾਂ ਬੇਨਤੀ ਕਰਦਾ ਹੁਣ ਤਾਂ ਇਹਨਾਂ ਨੂੰ ਪੱਕਾ ਕਰਨ ਦੀ ਲੋੜ ਵੀ ਹੈ ਨਹੀਂ, ਸਿੱਧੀ ਪੈਨਸ਼ਨ ਹੀ ਲਾ ਦਿਓ ਕਰਾਂ।